Guru Vai 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 Guru ਵਾਹਿਗੁਰੂ ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਸਤਿਗੁਰਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ, ਸਾਨੂੰ ਸਮਝਾਉਂਦੇ ਵੀ ਜੋ ਸਾਡਾ ਸਾਰਿਆਂ ਦਾ ਮੂਲ ਸਾਡਾ ਮਾਤਾ ਪਿਤਾ ਨਿਰੰਕਾਰ ਵਾਹਿਗੁਰੂ, ਬਈ ਤੁਸੀਂ ਉਹਦਾ ਸਿਮਰਨ ਕਰੋ ਅਤੇ ਸਿਮਰਨ ਦੇ ਵਿੱਚ ਤੁਸੀਂ ਸੁਚੇਤ ਹੋ, ਬਈ ਆਲਸ ਨਾ ਕਰੋ, ਸੁਤੇ ਨਾ ਰਹੋ, ਜਾਗਤ ਅਵਸਥਾ ਵਿੱਚ ਆਓ। ਜੇ ਹੁਣ ਅਸੀਂ ਸਿਮਰਨ ਕਰਾਂਗੇ ਸੁਚੇਤ ਹੋ ਕੇ, ਫਿਰ ਸਾਡੇ ਮਨ ਨੂੰ ਸਮਝਾਉਂਦੇ ਵੀ ਤੈਨੂੰ ਦਰਗਾਹ ਦੇ ਵਿੱਚ ਫਿਰ ਤੈਨੂੰ ਮਾਣ ਮਿਲੇਗਾ। ਮਹਾਰਾਜ ਫਰਮਾਉਂਦੇ, ਆਪਣੇ ਪ੍ਰਭ ਸਿਉ ਹੋ ਸਾਵਧਾਨ, ਤਾਦੂ ਦਰਗਾਹ ਪਾਵੇ ਮਾਨ। ਬਈ ਜੇ ਤੂੰ ਆਪਣੇ ਮਾਲਕ ਪਰਥਾਈ ਸਚੇਤ ਹੋਏਗਾ, ਸੁਚੇਤ ਹੋ ਕੇ ਤੂੰ ਸਿਮਰਨ ਕਰੇਂਗਾ, ਫਿਰ ਤੈਨੂੰ ਦਰਗਾਹ 'ਚ ਮਾਣ ਮਿਲੇਗਾ। ਹੁਣ ਸੁਚੇਤ ਹੋਣ ਵਾਸਤੇ ਫਿਰ ਅਸੀਂ ਸਿਮਰਨ ਕਰਦੇ, ਜੇ ਨਹੀਂ ਸਿਮਰਨ ਕਰਾਂਗੇ, ਅਭਿਆਸ ਕਰਾਂਗੇ, ਤਾਂ ਸਾਡਾ ਮਨ ਸੁੱਤਾ ਰਹੇਗਾ ਧਰਮ ਦੇ ਵਿੱਚ। ਹੁਣ ਤਾਈਓ ਫਿਰ ਸਾਡੇ ਮਨ ਨੂੰ ਸਮਝਾਉਂਦੇ ਵੀ ਭਰਮ 'ਚ ਨਾ ਰਹੇ, ਸੁੱਤਾ ਨਾ ਰਹੇ, ਤੂੰ ਸੁਚੇਤ ਹੋ, ਤੂੰ ਜਾਗਤ ਅਵਸਥਾ 'ਚ ਆ। ਹੁਣ ਦੋ ਤਰੀਕੇ ਨੇ
ਸਾਡੇ ਮਨ ਨੂੰ ਜਗਾਉਣ ਵਾਸਤੇ ਜ਼ਿਆਦਾ ਹੁਣ ਅਸੀਂ ਸਾਵਧਾਨ ਹੋ ਕੇ ਅਭਿਆਸ ਕਰੀਏ, ਸਿਮਰਨ ਕਰੀਏ, ਸੁੱਤੇ ਹੋਏ ਮਨ ਨੂੰ ਅਸੀਂ ਜਗਾ ਲਈਏ। ਸਤਿਗੁਰੂ ਫਰਮਾਉਂਦੇ ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ। ਜ਼ਿਆਦਾ ਹੁਣ ਮਨ ਸਿਮਰਨ ਕਰਕੇ ਜਾਗੇਗਾ। ਜਿਹੜੇ ਜੀਵ ਹੁਣ ਨਹੀਂ ਸਿਮਰਨ ਕਰਦੇ ਫਿਰ ਉਹਨਾਂ ਦਾ ਮਨ ਉਦੋਂ ਜਾਗਦਾ ਜਦੋਂ ਉਹਨਾਂ ਦਾ ਦਿੱਤਾ ਹੋਇਆ ਸਮਾਂ ਖਤਮ ਹੁੰਦਾ। ਜਿਹੜਾ ਸਾਨੂੰ ਸਵਾਸਾਂ ਦਾ ਧਨ ਦਿੱਤਾ ਗਿਣਤੀ ਦਾ, ਹਾੜੇ ਅਸੀਂ ਰੋਜ਼ ਦੀ ਰੋਜ਼ ਖਰਚ ਕੀਤੀ ਜਾਂਦੇ ਅਤੇ ਇੱਕ ਦਿਨ ਖਤਮ ਹੋ ਜਾਣਾ ਧਨ। ਹੁਣ ਜੀਵ ਦਾ ਜਦੋਂ ਫਿਰ ਧਨ ਦਿੱਤਾ ਹੋਇਆ ਖਤਮ ਹੁੰਦਾ ਹੈ, ਫਿਰ ਮਨਮੁਖ ਉਦੋਂ ਜਾਗਦਾ ਜਦੋਂ ਉਹਦਾ ਅੰਤ ਸਮਾਂ ਹੁੰਦਾ। ਫਿਰ ਉਹਨੂੰ ਜਮ ਨੇ ਜਿਹੜੇ ਉਹ ਜਗਾਉਂਦੇ ਸੁੱਤੇ ਜਦੋਂ ਫਿਰ ਉਹ ਜਗਾਉਂਦੇ, ਉਹ ਸਿਰ 'ਚ ਡੰਡਾ ਮਾਰਦੇ। ਜਦੋਂ ਇਹਦੇ ਸਿਰ 'ਚ ਡੰਡਾ ਵੱਜਦਾ ਫਿਰ ਇਹ ਸੁੱਤਾ ਹੋਇਆ ਜਾਗਦਾ। ਫਿਰ ਜਦੋਂ ਜਾਗਦਾ ਤਾਂ ਇੱਕਦਮ ਉੱਠਦਾ ਅਤੇ ਪੁੱਛਦਾ ਵੀ ਮੈਂ ਕਿੱਥੇ। ਫਿਰ ਉਹ ਜਾਮੇ ਨੂੰ ਦੱਸਦੇ ਵੀ ਤੇਰਾ ਦਿੱਤਾ ਹੋਇਆ ਜਿਹੜਾ ਸਮਾਂ ਸੀ ਉਹ ਖਤਮ ਹੋ ਗਿਆ, ਹੁਣ ਤੂੰ ਸਾਡੇ ਕੋਲ ਹੈ। ਅਤੇ ਫਿਰ ਉਹਨਾਂ ਤੋਂ ਛੁੱਟ ਕੇ ਭੱਜ ਨਹੀਂ ਸਕਦਾ ਕਿਸੇ ਪਾਸੇ। ਮਾਰੇ ਫਰਮਾਉਂਦੇ ਜਮ ਕੋ ਡੰਡ ਪੜਿਓ ਸਿਰ ਉੱਪਰ, ਆਵ ਸੋਵਤ ਜਾਗਿਓ। ਕਹਾਂ ਹੋ ਤਬ ਕੇ ਪਛਤਾਈ, ਛੂਟਤ ਨਾਹਿਨ ਭਾਗਿਓ। ਫਿਰ ਪਛਤਾਉਂਦਾ ਅਤੇ ਫਿਰ ਛੁੱਟ ਕੇ ਭੱਜ ਨਹੀਂ ਸਕਦਾ ਉਹਨਾਂ ਤੋਂ। ਫਿਰ ਉਦੋਂ ਇਹਨੂੰ ਜਾਗਣ ਦਾ ਕੋਈ ਲਾਭ ਨਹੀਂ ਹੁੰਦਾ, ਕੋਈ ਲਾਹਾ ਨਹੀਂ ਹੁੰਦਾ, ਕਿਉਂਕਿ ਜਿਹੜਾ ਸਮਾਂ ਸੀ ਉਹਦਾ ਸਾਰਾ ਬੀਤ ਚੁੱਕਿਆ। ਸਾਰਾ ਜੀਵਨ ਇਹਨੇ ਸੁੱਤੇ ਨਹੀਂ ਲੰਘਾ ਦਿੱਤਾ, ਜਾਗਿਆ ਹੀ ਨਹੀਂ, ਪਰਮਾਤਮਾ ਵੱਲੋਂ ਸੁਚੇਤ ਹੋਇਆ ਹੀ ਨਹੀਂ। ਸਾਰੀ ਉਮਰ ਹੀ ਸੁੱਤਾ ਰਿਹਾ ਅਤੇ ਸੁਪਨੇ ਦੇ ਵਿੱਚ ਸਾਰਾ ਜਿਹੜਾ ਜੀਵਨ ਸੀ ਉਹ ਇਹਨੇ ਸੁੱਤੇ ਨਹੀਂ ਲੰਘਾ ਦਿੱਤਾ। ਫਿਰ ਜਦੋਂ ਜਮ ਜਗਾਉਂਦੇ ਅਤੇ ਫਿਰ ਇਹਨੂੰ ਪਤਾ ਲੱਗਦਾ ਵੀ ਇਹ ਤਾਂ ਮੈਂ ਸੁੱਤਾ ਹੋਇਆ ਸੁਪਨਾ ਦੇਖ ਰਿਹਾ ਸੀ। ਮਾਰੇ ਫਰਮਾਉਂਦੇ ਜਗ ਸੁਪਨਾ ਬਾਜੀ ਬਣੀ, ਖੈਨ ਮੈਂ ਖੇਲ ਖਲਾਈ, ਸੰਜੋਗੀ ਮਿਲੀ ਕਿਸੇ ਵਿਜੋਗੀ ਉੱਠ ਜਾਈ। ਫਿਰ ਉਦੋਂ ਪਤਾ ਲੱਗਦਾ ਵੀ ਇਹ ਤਾਂ ਮੈਂ ਸੁਪਨਾ ਦੇਖ ਰਿਹਾ ਸੀ ਅਤੇ ਸੁਪਨੇ ਦੇ ਵਿੱਚ ਕੋਈ ਮਾਂ ਬਣਿਆ ਸੀ, ਕੋਈ ਪਿਓ ਬਣਿਆ ਸੀ, ਕੋਈ ਭੈਣ ਭਰਾ ਬਣੇ ਹੋਏ ਸੀ, ਕੋਈ ਦੋਸਤ ਮਿੱਤਰ ਬਣੇ ਸੀ। ਇਹ ਸਭ ਸੁਪਨਾ ਸੀ। ਜਦੋਂ ਅੱਖ ਖੁੱਲ੍ਹੀ, ਮਨ ਜਾਗੇ ਅਤੇ ਉਹ ਸੁਪਨਾ ਟੁੱਟ ਗਿਆ, ਖਤਮ ਹੋ ਗਿਆ। ਜਿਵੇਂ ਆਪਾਂ ਰਾਤ ਨੂੰ ਸੁਪਨਾ ਦੇਖਦੇ ਸੁੱਤੇ ਹੋਏ, ਜਦੋਂ ਅੱਖ ਖੁੱਲ੍ਹਦੀ ਉਹ ਸੁਪਨਾ ਟੁੱਟ ਜਾਂਦਾ, ਸੁਪਨਾ ਖਤਮ ਹੋ ਜਾਂਦਾ। ਔੜੀ ਇਸੇ ਤਰ੍ਹਾਂ ਹੀ ਇਹ ਜਿਹੜਾ ਜਗਤ ਮਾਰੇ ਕਹਿੰਦੇ ਇਹ ਸੁਪਨਾ, ਜੈਸਾ ਸੁਪਨਾ ਰਹਿਣ ਕਾ ਤੈਸੋ ਇਹ ਸੰਸਾਰ। ਹੁਣ ਮਨਮੁਖ ਜੀਵ ਸਾਰੀ ਉਮਰ ਸੁਪਨੇ 'ਚ ਹੀ ਲੰਘਾ ਦਿੰਦਾ, ਸੁੱਤਾ ਹੋਏ, ਉਹ ਜਾਗਦਾ ਹੀ ਨਹੀਂ। ਸਤਿਗੁਰੂ ਕਹਿ ਰਹੇ ਜਾਗੋ, ਉਹ ਗਾਫਲ ਹੋ ਕੇ ਸੁੱਤਾ ਪਿਆ। ਫਿਰ ਜਦੋਂ ਜਮ ਜਗਾਉਂਦੇ ਫਿਰ ਪਛਤਾਉਂਦਾ, ਫਿਰ ਜਦੋਂ ਕੁੱਟਦੇ ਅਤੇ ਫਿਰ ਰੋਂਦਾ, ਫਿਰ ਵਿਰਾਗ ਕਰਦਾ। ਮਾਰੇ ਕਹਿੰਦੇ ਵੀ ਹੁਣ ਤਾਂ ਤੈਨੂੰ ਰੋਣ ਦਾ ਕੋਈ ਲਾਭ ਨਹੀਂ, ਕੋਈ ਫਾਇਦਾ ਨਹੀਂ। ਬਈ ਜਦੋਂ ਤੇਰੇ ਕੋਲ ਸਮਾਂ ਸੀ ਉਦੋਂ ਤੈਨੂੰ ਕਹਿੰਦੇ ਰਹੇ ਵੀ ਤੂੰ ਜਾਗ ਪਾ, ਸੁੱਤਾ ਨਾ ਰਹੇ। ਉਦੋਂ ਤੂੰ ਭਰਮ ਦੇ ਵਿੱਚ ਪਿਆ ਰਿਹਾ, ਉਦੋਂ ਤੂੰ ਲੋਭ ਦੇ ਵਿੱਚ ਪਿਆ ਰਿਹਾ, ਅਤੇ ਉਦੋਂ ਜੋ ਤੂੰ ਸਿਮਰਨ ਭਗਤੀ ਕਰਨੀ ਸੀ ਉਹ ਤੂੰ ਕੀਤੀ ਨਹੀਂ। ਹੁਣ ਤਾਂ ਤੈਨੂੰ ਪਛਤਾਉਣ ਦਾ ਕੋਈ ਲਾਭ ਨਹੀਂ ਹੈ, ਕੋਈ ਲਾਹਾ ਨਹੀਂ। ਮਾਰੇ ਫਰਮਾਉਂਦੇ ਕਰਨ ਹੋਤੋ ਸੋ ਨਾ ਕੀਓ, ਪਰਿਓ ਲੋਭ ਕੇ ਫੰਦ, ਨਾਨਕ ਸਮਿਓ ਰਮ ਗਿਓ ਅਬ ਕਿਉਂ ਰੋਵਤ ਅੰਧ। ਬਈ ਜਦੋਂ ਤੇਰੇ ਕੋਲ ਸਮਾਂ ਸੀ ਉਦੋਂ ਤੂੰ ਲੋਭ ਵਿੱਚ ਪਿਆ ਰਿਹਾ। ਜਿਵੇਂ ਹੁਣ ਤੁਸੀਂ ਕਿਸੇ ਜੀਵ ਨੂੰ ਆਖੋ ਵੀ ਸਿਮਰਨ ਕਰ ਲਾ, ਅੱਜ
ਉਹ ਕਹਿੰਦਾ ਮੇਰੇ ਕੋਲ ਕੰਮ ਹੀ ਬਹੁਤ ਹੈ। ਤੁਸੀਂ ਆਖੋ ਵੀ ਸੰਗਤ ਕਰ ਲਓ, ਉਹ ਕਹਿੰਦਾ ਮੇਰੇ ਕੋਲ ਕਿੱਥੇ ਟਾਈਮ ਹੈ ਸੰਗਤ ਵਾਸਤੇ। ਉਹ ਹੌੜੋ ਇਹਦਾ ਕਿਉਂ ਕਹਿੰਦਾ? ਕਿਉਂਕਿ ਉਹ ਲੋਭ 'ਚ ਪਿਆ ਫਿਰ। ਉਹਨੂੰ ਇਹ ਹੈ ਵੀ ਮੇਰੇ ਕੋਲ ਸਮਾਂ ਜਿੰਨਾ ਮੈਂ ਉੱਧਰ ਲਾਊਂ ਉਹੀ ਮੈਂ ਇੱਧਰ ਕੰਮ ਕਰ ਲੂੰਗਾ ਸੰਸਾਰ ਦਾ ਵੱਧ। ਉਹ ਹੌੜ ਉਹਨੂੰ ਇਹ ਨਹੀਂ ਪਤਾ ਵੀ ਇਹ ਜਿਹੜਾ ਮੈਂ ਕਰ ਰਿਹਾ ਇਹ ਮੇਰੇ ਨਾਲ ਨਹੀਂ ਜਾਣ। ਚਾਹੇ ਅਸੀਂ ਇੱਧਰ ਜਿੰਨਾ ਮਰਜ਼ੀ ਕਰ ਲਈਏ, ਜੇ ਅਸੀਂ ਸਿਮਰਨ ਭਗਤੀ ਨਹੀਂ ਕਰਦੇ, ਇਸੋ ਕੁਝ ਵੀ ਅਸੀਂ ਆਪਣੇ ਨਾਲ ਨਹੀਂ ਲਿਜਾ ਸਕਦੇ। ਮਹਾਰਾਜ ਇਸ ਲਈ ਫਿਰ ਸਾਨੂੰ ਸਮਝਾਉਂਦੇ ਵੀ ਜੇ ਤੁਸੀਂ ਆਪਦਾ ਘਰ ਦਾ ਕੰਮ ਹੈ ਉਹ ਵੀ ਨਾਲ ਨਾਲ ਕਰੋ ਤੇ ਤੁਹਾਨੂੰ ਜੀਵਨ ਦਾ ਲਾਹਾ ਹੋਵੇ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਸਤਿਗੁਰ ਤਾਂ ਸਮਝਾਉਂਦੇ ਵੀ ਤੁਸੀਂ ਸਤ ਸੰਗਤ ਦੇ ਵਿੱਚ ਆਓ। ਹੁਣ ਜਿਹੜੇ ਜੀਵ ਨਹੀਂ ਆਉਂਦੇ ਫਿਰ ਉਹਨਾਂ ਨੂੰ ਲਾਹਣਤਾਂ ਵੀ ਪਾਉਂਦੇ ਬਈ ਹੁਣ 84 ਲੱਖ ਜੂਨ ਤੋਂ ਤਾਂ ਮਾਨਸ ਜਾਮਾ ਮਿਲਿਆ, ਹੁਣ ਮੌਕਾ ਮਿਲਿਆ, ਹੁਣ ਵਾਰੀ ਮਿਲੀ। ਹੁਣ ਤੁਸੀਂ ਕਿਉਂ ਨਹੀਂ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆਉਂਦੇ? ਕਿਉਂ ਨਹੀਂ ਆਪਦੇ ਜੀਵਨ ਦਾ ਲਾਹਾ ਖੱਟਦੇ? ਇਹ ਮਹਾਰਾਜ ਸਾਨੂੰ ਰੋਜ਼ ਫਰਮਾਉਂਦੇ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਧਰਕ ਜੀਵੇ ਧਰਕ ਜੀਵਾਸ। ਬਈ ਜਿਹੜੇ ਜੀਵ ਨਹੀਂ ਸਤ ਸੰਗਤ 'ਚ ਆਉਂਦੇ ਉਹਨਾਂ ਦਾ ਜਿਹੜਾ ਜੀਵਨ ਉਹ ਧਰਕ ਹੈ। ਬਈ ਉਹਨਾਂ ਦੇ ਜੀਵਨ 'ਤੇ ਲਾਹਣਤ ਪਾਉਂਦੇ। ਮਹਾਰਾਜ ਕਹਿੰਦੇ ਵੀ ਜਿਸ ਮਕਸਦ ਵਾਸਤੇ ਤੁਸੀਂ ਆਏ ਹੋ ਤਾਂ ਤੁਸੀਂ ਕਰਦੇ ਹੀ ਨਹੀਂ ਕੰਮ। ਔਰ ਇਸ ਵਾਸਤੇ ਫਿਰ ਮਨਮੁਖ ਸਾਰੀ ਉਮਰ ਉਦੋਂ ਤਾਂ ਸੁੱਤਾ ਰਹਿੰਦਾ, ਭਰਮ ਦੇ ਵਿੱਚ ਲੋਭ 'ਚ ਪਿਆ ਰਹਿੰਦਾ। ਜਦੋਂ ਫਿਰ ਸਮਾਂ ਬੀਤ ਜਾਂਦਾ ਫਿਰ ਰੋਂਦਾ, ਫਿਰ ਪਛਤਾਉਂਦਾ। ਫਿਰ ਮਹਾਰਾਜ ਕਹਿੰਦੇ ਵੀ ਹੁਣ ਤਾਂ ਤੈਨੂੰ ਪਛਤਾਉਣ ਦਾ ਕੋਈ ਲਾਭ ਨਹੀਂ, ਕੋਈ ਲਾਹਾ ਨਹੀਂ। ਜਦੋਂ ਤੇਰੇ ਕੋਲ ਸਮਾਂ ਸੀ ਉਦੋਂ ਤੂੰ ਭਰਮ 'ਚ ਪਿਆ ਰਿਹਾ, ਉਦੋਂ ਤੂੰ ਜਾਗਿਆ ਨਹੀਂ। ਹੁਣ ਤਾਂ ਕਰਕੇ ਫਿਰ ਸਾਨੂੰ ਪਹਿਲਾਂ ਹੀ ਸਮਝਾਉਂਦੇ ਵੀ ਹੁਣ ਤੁਸੀਂ ਲਾਹਾ ਜਿਹੜਾ ਜਿੰਨਾ ਵੀ ਖੱਟ ਸਕਦੇ ਹੋ ਵੱਧ ਤੋਂ ਵੱਧ ਖੱਟ ਲਓ। ਬਈ ਨਹੀਂ ਤਾਂ ਜੀਵ ਜਦੋਂ ਪ੍ਰਾਣ ਉਹਦੇ ਮੁੱਕ ਜਾਂਦੇ, ਸਵਾਸ ਖਤਮ ਹੋ ਜਾਂਦੇ, ਫਿਰ ਉਹ ਪਛਤਾਉਂਦਾ। ਮਹਾਰਾਜ ਤਾਈਓ ਸਾਨੂੰ ਫਰਮਾਉਂਦੇ ਕਬੀਰ ਲੂਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੇ ਪਛਤਾਓਗੇ ਜਬ ਪ੍ਰਾਣ ਜਾਏਂਗੇ ਛੂਟ। ਬਈ ਨਹੀਂ ਤਾਂ ਜੀਵ ਜਦੋਂ ਪ੍ਰਾਣ ਮੁੱਕਦੇ, ਸਵਾਸ ਖਤਮ ਹੋ ਜਾਂਦੇ, ਫਿਰ ਉਹ ਪਛਤਾਉਂਦਾ। ਸਤਿਗੁਰੂ ਕਹਿੰਦੇ ਫਿਰ ਪਛਤਾਉਣ ਦਾ ਕੀ ਲਾਭ ਜਦੋਂ ਸਮਾਂ ਹੀ ਬੀਤ ਗਿਆ। ਅਤੇ ਇਸ ਕਰਕੇ ਹੁਣ ਤੁਸੀਂ ਸੰਭਾਲੋ ਸਮੇਂ ਨੂੰ। ਹੁਣ ਇਹਨਾਂ ਦਮਾਂ ਨੂੰ ਸੰਭਾਲੋ, ਇਹਨਾਂ ਦਮਾਂ ਨੂੰ ਵਿਅਰਥ ਨਾ ਜਾਣ ਦਿਓ। ਫਰਮਾਉਂਦੇ ਨੇ ਦਮ ਦਮ ਸਦਾ ਸੰਭਾਲਦਾ, ਦਮ ਨਾ ਵਿਅਰਥਾ ਜਾਏ। ਬਈ ਇਹਨਾਂ ਦਮਾਂ ਨੂੰ, ਸਵਾਸਾਂ ਨੂੰ ਸੰਭਾਲੋ। ਇਹਨਾਂ ਦਮਾਂ ਦਾ ਕੁਝ ਨਾ ਕੁਝ ਹੁਣ ਤੁਸੀਂ ਲਾਹਾ ਖੱਟ ਲਓ, ਇਹਨਾਂ ਨੂੰ ਵਿਅਰਥ ਨਾ ਜਾਣ ਦਿਓ। ਹੁਣ ਜਦੋਂ ਅਸੀਂ ਪਰਮਾਤਮਾ ਦਾ ਸਿਮਰਨ ਛੱਡ ਕੇ, ਮਾਲਕ ਦੀ ਭਗਤੀ ਛੱਡ ਕੇ ਅਸੀਂ ਅਵਰ ਕਾਜ ਕਰਨਾ ਸ਼ੁਰੂ ਕਰ ਦਿੰਦੇ, ਫਿਰ ਉਹ ਇਸ ਤਰ੍ਹਾਂ ਕਰਨਾ ਹੈ ਜਿਵੇਂ ਕਿਸੇ ਜੀਵ ਕੋਲ ਹੀਰੇ ਹੋਣ, ਰਤਨ ਹੋਣ, ਉਹ ਜਿਹੜੇ ਰਤਨ ਨੇ ਉਹ ਸਿੱਟੀ ਜਾਵੇ ਅਤੇ ਜਿਹੜੀਆਂ ਕੌਡੀਆਂ ਉਹ ਕੌਡੀਆਂ ਇਕੱਠੀਆਂ ਕੀਤੀ ਜਾਵੇ, ਕੌਡੀਆਂ ਦੀਆਂ ਝੋਲੀਆਂ ਭਰ ਲਵੇ ਅਤੇ ਜਿਹੜੇ ਰਤਨ ਨੇ ਉਹ ਰਤਨਾਂ ਨੂੰ ਸੁੱਟੀ ਚੱਲੇ। ਹੁਣ ਇਸੇ ਤਰ੍ਹਾਂ ਹੀ ਸਤਿਗੁਰੂ ਸਾਨੂੰ ਸਮਝਾਉਂਦੇ ਬਈ ਜਿਨ੍ਹਾਂ ਨੇ ਪਰਮਾਤਮਾ ਨੂੰ ਵਿਸਾਰ ਕੇ ਆਨ ਕੰਮ ਲੱਗ ਗਏ, ਉਹ ਫਿਰ ਕੌਡੀ ਬਦਲੇ ਇਹਨਾਂ ਰਤਨਾਂ ਨੂੰ ਤਿਆਗ ਦੇ। ਮਹਾਰਾਜ ਫਰਮਾਉਂਦੇ ਖਾਸਮ ਵਿਸਾਰ ਆਨ ਕੰਮ ਲਾਗੇ, ਕੌਡੀ ਬਦਲੇ ਰਤਨ ਤਿਆਗੇ। ਬਈ ਮਾਲਕ ਨੂੰ ਵਿਸਾਰ ਕੇ ਜਦੋਂ ਅਸੀਂ ਅੰਨ ਕੰਮ ਦੇ ਵਿੱਚ ਲੱਗ ਜਾਂਦੇ ਅਵਰ ਕਾਜ, ਉਦੋਂ ਅਸੀਂ ਫਿਰ ਇਹ ਰਤਨ ਜਿਹੜੇ ਸਾਡੇ ਸਵਾਸ ਨੇ,
ਇਹ ਸਵਾਸ ਰਤਨਾਂ ਨੂੰ ਅਸੀਂ ਸੁੱਟੀ ਜਾਂਦੇ ਹਾਂ, ਅਤੇ ਕੌਡੀਆਂ ਕਿਸੇ ਦੀ ਨਿੰਦਿਆ ਕਰ ਲਈ, ਕਿਸੇ ਨਾਲ ਦੁਬਦਾ ਕਰ ਲਈ, ਕਿਸੇ ਨਾਲ ਵੈਰ ਵਿਰੋਧ ਕਰ ਲਿਆ, ਕਿਸੇ ਦੀ ਨਿੰਦਿਆ ਸੁਣ ਲਈ, ਕਿਸੇ ਦੇ ਔਗਣ ਫਰੋਲ ਲਏ, ਉਹ ਸਭ ਅਸੀਂ ਕੌਡੀਆਂ ਇਕੱਠੀਆਂ ਕੀਤੀ ਜਾਂਦੀ। ਜਿਹੜੇ ਗੁਣ ਸੀ ਉਹ ਗੁਣ ਗਵਾ ਲਏ, ਅਤੇ ਜਿਹੜੇ ਔਗਣਾਂ ਦੀਆਂ ਗੰਢਾਂ ਭਰ ਲਈਆਂ, ਔਗਣਾਂ ਦੀਆਂ ਗਠੜੀਆਂ ਭਰ ਲਈਆਂ। ਮਹਾਰਾਜ ਕਹਿੰਦੇ ਨਾਨਕ ਸੁੱਤੀ ਪਈਏ ਜਾਣ ਵਿਰਥੀ ਸੰਨ, ਗੁਣਾ ਗਵਾਈ ਗਠੜੀ ਔਗਣ ਚੱਲੀ ਬੰਨ। ਵੀ ਜਿਹੜੇ ਤਾਂ ਗੁਣ ਸੀ ਉਹ ਗੁਣ ਤਾਂ ਗਵਾ ਲਏ, ਔਗਣਾਂ ਦੀਆਂ ਜਿਹੜੀਆਂ ਸੀ ਉਹ ਪੰਡਾਂ ਭਰ ਲਈਆਂ। ਹੁਣ ਇੱਧਰ ਜਿਹੜੀ ਸੁਰਤੀ ਸੁੱਤੀ ਹੋਈ, ਜਿਹੜਾ ਮਨ ਸੁੱਤਾ ਹੋਇਆ, ਉਹਦੀ ਫਿਰ ਗੁਰੂ ਨਾਨਕ ਪਾਤਸ਼ਾਹ ਇਹ ਅਵਸਥਾ ਦੱਸਦੀ ਬਈ ਜੀਵ ਗੁਣਾਂ ਨੂੰ ਛੱਡ ਕੇ ਔਗਣਾਂ ਨੂੰ ਫਰੋਲ ਕੇ ਉਹ ਔਗਣ ਪੱਲੇ ਬੰਨ੍ਹੀ ਜਾਂਦੀ। ਅਤੇ ਸਤਿਗੁਰੂ ਸਾਨੂੰ ਫਿਰ ਇਸ ਲਈ ਸਮਝਾਉਂਦੇ ਬਈ ਰਤਨ ਸੁੱਟੀ ਜਾਂਦੇ ਅਤੇ ਕੌਡੀਆਂ ਇਕੱਠੀਆਂ ਕੀਤੀ ਜਾਂਦੀ। ਜਿਹੜੇ ਗੁਣ ਸੀ ਉਹ ਗੁਣ ਗਵਾਈ ਜਾਂਦੇ ਮਾਲਕ ਵਾਲੇ, ਅਤੇ ਔਗਣਾਂ ਦੀਆਂ ਝੋਲੀਆਂ ਭਰੀ ਜਾਂਦੀ। ਸੋ ਆਪਾਂ ਨੂੰ ਫਿਰ ਇਸ ਲਈ ਜੀਵਨ ਦੀ ਜਾਂਚ ਦੱਸਦੇ ਹੋਏ ਸਮਝਾਉਂਦੇ ਵੀ ਅਸੀਂ ਜਿਹੜੀ ਸਾਂਝ ਹੈ ਉਹ ਪਰਮਾਤਮਾ ਦੇ ਗੁਣਾਂ ਦੀ ਪਾਉਣੀ। ਜਿਹੜੇ ਔਗਣ ਨੇ ਔਗਣਾਂ ਨੂੰ ਤਾਂ ਅਸੀਂ ਛੱਡਣਾ। ਰਮਾਉਂਦੇ ਨੇ ਸਾਂਝ ਕੀਜੇ ਗੁਣਾ ਕੇਰੀ, ਛੋੜ ਔਗਣ ਚੱਲੀਏ। ਬਈ ਔਗਣਾਂ ਨੂੰ ਛੱਡ ਕੇ ਅਸੀਂ ਸਾਂਝ ਹੈ ਜਿਹੜੀ ਉਹ ਗੁਣਾਂ ਦੀ ਪਾਉਣੀ। ਮਾਲਕ ਦੇ ਜਿਹੜੇ ਗੁਣ ਨੇ, ਜਦੋਂ ਅਸੀਂ ਗੁਣਾਂ ਦੀ ਸਾਂਝ ਪਾਵਾਂਗੇ ਸਾਡੇ ਅੰਦਰ ਉਹ ਗੁਣ ਆ ਜਾਣਗੇ। ਜਦੋਂ ਅਸੀਂ ਔਗਣਾਂ ਦੀ ਸਾਂਝ ਪਾਉਂਦੇ ਹਾਂ ਫਿਰ ਸਾਡੇ ਅੰਦਰ ਉਹ ਔਗਣ ਆ ਜਾਂਦੇ। ਜੋ ਵੀ ਅਸੀਂ ਕਿਸੇ ਜੀਵ ਦੇ ਵਿੱਚ ਦੇਖਾਂਗੇ ਉਹ ਚੀਜ਼ ਸਾਡੇ ਅੰਦਰ ਆ ਜਾਏਗੀ। ਜੇ ਅਸੀਂ ਕੋਈ ਗੁਣ ਦੇਖਾਂਗੇ ਉਹ ਗੁਣ ਸਾਡੇ 'ਚ ਆ ਜਾਏਗਾ। ਜੇ ਅਸੀਂ ਕਿਸੇ ਦੇ ਵਿੱਚ ਔਗਣ ਦੇਖਾਂਗੇ ਉਹ ਔਗਣ ਸਾਡੇ ਵਿੱਚ ਆ ਜਾਣਗੇ। ਹੁਣ ਆਪਾਂ ਨੂੰ ਕਹਿੰਦੇ ਵੀ ਫਿਰ ਤੁਸੀਂ ਜੇ ਤੁਹਾਨੂੰ ਕਿਸੇ ਦੇ ਵਿੱਚ ਕੋਈ ਗੁਣ ਚੰਗਾ ਲੱਗਦਾ ਹੈ ਬਈ ਤੁਸੀਂ ਉਹ ਗੁਣ ਦੇਖ ਲਓ ਅਤੇ ਉਹ ਗੁਣ ਨੂੰ ਆਪਦੇ ਅੰਦਰ ਧਾਰਨ ਕਰ ਲਓ। ਜਿਹੜੇ ਔਗਣ ਨੇ ਉਹ ਔਗਣ ਨਹੀਂ ਕਿਸੇ ਦੇ ਦੇਖਣੇ, ਅਤੇ ਔਗਣਾਂ ਨੂੰ ਅਸੀਂ ਛੱਡਣਾ। ਸੋ ਜੇ ਅਸੀਂ ਕਿਸੇ ਦੇ ਔਗਣ ਦੇਖਾਂਗੇ ਔਗਣ ਸਾਡੇ ਵਿੱਚ ਆ ਜਾਣਗੇ। ਹੁਣ ਤਾਈਓ ਫਿਰ ਆਪਾਂ ਨੂੰ ਕਹਿੰਦੇ ਵੀ ਇਹ ਦੇਖਣ ਦਾ ਨਜ਼ਰੀਆ, ਸਾਡੀ ਦ੍ਰਿਸ਼ਟੀ। ਜੇ ਅਸੀਂ ਗੁਣਾਂ ਵਾਲੀ ਦ੍ਰਿਸ਼ਟੀ ਬਣਾਵਾਂਗੇ, ਜੇ ਅਸੀਂ ਗੁਰੂ ਦੀ ਮੱਤ ਲੈ ਕੇ ਗਿਆਨ ਲੈ ਕੇ ਚੱਲਾਂਗੇ, ਫਿਰ ਅਸੀਂ ਜਦੋਂ ਦੇਖਾਂਗੇ ਹਰ ਇੱਕ ਜੀਵ ਦੇ ਵਿੱਚ ਗੁਣ ਹੈ, ਕਿਉਂਕਿ ਸਾਰਿਆਂ ਦੇ ਵਿੱਚ ਪਰਮਾਤਮਾ ਦੀ ਜੋਤ ਹੈ, ਮਾਲਕ ਦੀ ਅੰਸ਼ ਹੈ ਆਤਮਾ। ਹੁਣ ਜੋ ਪਰਮਾਤਮਾ ਦੀ ਅੰਸ਼ ਹੈ ਉਹ ਗੁਣਾਂ ਤੋਂ ਬਾਹਰ ਤਾਂ ਹੋ ਨਹੀਂ ਸਕਦਾ। ਸੋ ਸਭਨਾਂ ਦੇ ਵਿੱਚ ਮਾਲਕ ਦੇ ਜਿਹੜੇ ਗੁਣ ਨੇ, ਕਿਸੇ ਦੇ ਵਿੱਚ ਕੋਈ ਗੁਣ ਹੈ, ਕਿਸੇ 'ਚ ਕੋਈ ਗੁਣ ਹੈ। ਹੁਣ ਜੇ ਅਸੀਂ ਦੇਖਣ ਦਾ ਨਜ਼ਰੀਆ ਗੁਣਾਂ ਵਾਲਾ ਰੱਖਿਆ ਹੋਏਗਾ ਤਾਂ ਸਾਨੂੰ ਸਭ ਦੇ ਵਿੱਚ ਗੁਣ ਨਜ਼ਰ ਆਉਣਗੇ। ਜੇ ਹੁਣ ਅਸੀਂ ਔਗਣਾਂ ਵਾਲੀ ਦ੍ਰਿਸ਼ਟੀ ਬਣਾਈਏ ਫਿਰ ਸਾਨੂੰ ਗੁਰਮੁਖਾਂ ਦੇ ਵਿੱਚ ਵੀ ਨਹੀਂ ਗੁਣ ਨਜ਼ਰ ਆਉਂਦੇ। ਜਿਵੇਂ ਹੁਣ ਜਿਹੜੇ ਤਾਂ ਗੁਰਮੁਖ ਨੇ, ਜਦੋਂ ਗੁਰਮੁਖ ਗੁਣਾਂ ਵਾਲੀ ਦ੍ਰਿਸ਼ਟੀ ਦੁਆਰਾ ਦੇਖਦੇ ਉਹਨਾਂ ਨੂੰ ਮਨਮੁਖ ਦੇ ਵਿੱਚ ਵੀ ਜਿਹੜੇ ਗੁਣ ਨੇ ਉਹ ਦਿਸਦੇ। ਔਗਣ ਨਹੀਂ ਦੇਖਦੇ, ਉਹ ਸਿਰਫ ਗੁਣ ਦੇਖ ਲੈਂਦੇ। ਹੁਣ ਜਿਹੜਾ ਮਨਮੁਖ ਜੀਵ ਹੈ ਜਿਹਦੀ ਦ੍ਰਿਸ਼ਟੀ ਔਗਣਾਂ ਵਾਲੀ, ਉਹਨੂੰ ਗੁਰਮੁਖਾਂ 'ਚ ਵੀ ਨਹੀਂ ਕੋਈ ਗੁਣ ਨਜ਼ਰ ਆਉਂਦੇ। ਉਹ ਗੁਰਮੁਖਾਂ ਦੇ ਵਿੱਚ ਵੀ ਔਗਣ ਕੱਢੇਗਾ ਅਤੇ ਉਹਨਾਂ ਦੇ ਔਗਣ ਫੜ ਲਏਗਾ। ਗੁਣਾਂ ਨੂੰ ਛੱਡ ਕੇ ਜਿਹੜਾ ਔਗਣ ਹੈ ਉਹ ਔਗਣ ਫੜੇਗਾ। ਹੁਣ ਇਹਨੂੰ ਕਹਿੰਦੇ ਫਿਰ ਦੇਖਣ ਦਾ ਨਜ਼ਰੀਆ। ਵੀ ਸਾਡਾ ਦੇਖਣ ਦਾ ਜਿਹੜਾ ਉਹ ਨਜ਼ਰੀਆ ਕਿੱਦਾਂ ਦਾ, ਸਾਡੀ ਦ੍ਰਿਸ਼ਟੀ ਕਿੱਦਾਂ ਸੀ। ਹੁਣ ਸਾਡੀ ਗੁਣਾਂ ਵਾਲੀ ਦ੍ਰਿਸ਼ਟੀ ਉਦੋਂ ਬਣਦੀ ਜਦੋਂ ਸਾਡੇ ਇਹਨਾਂ ਨੇਤਰਾਂ ਦੇ ਵਿੱਚ ਗਿਆਨ ਦਾ ਅੰਜਨ ਸੁਰਮਾ ਪੈਂਦਾ।
ਜਦੋਂ ਗੁਰੂ ਸਾਡੇ ਇਹਨਾਂ ਨੇਤਰਾਂ 'ਚ ਗਿਆਨ ਦਾ ਸੁਰਮਾ ਪਾਉਂਦੇ, ਫਿਰ ਸਾਡੀ ਜਿਹੜੀ ਦ੍ਰਿਸ਼ਟੀ ਉਹ ਬਦਲਦੀ। ਜਿਸ ਵਰਥਾਏ ਮਹਾਰਾਜ ਫਰਮਾਉਂਦੇ, ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਬਈ ਜਦੋਂ ਸਾਡੀ ਫਿਰ ਦ੍ਰਿਸ਼ਟੀ ਗੁਣਾਂ ਵਾਲੀ ਬਣ ਗਈ, ਗਿਆਨ ਦੁਆਰਾ ਫਿਰ ਸਾਨੂੰ ਗੁਣ ਨਜ਼ਰ ਆਉਂਦੇ। ਜੇ ਹੁਣ ਸਾਡੇ ਅੰਦਰ ਅਗਿਆਨਤਾ ਦਾ ਹਨੇਰਾ, ਫਿਰ ਸਾਨੂੰ ਔਗਣ ਹੀ ਦਿਸਣਗੇ। ਸੋ ਇਸ ਵਾਸਤੇ ਫਿਰ ਸੱਚੇ ਪਾਤਸ਼ਾਹ ਆਪਾਂ ਨੂੰ ਸਮਝਾਉਂਦੇ ਵੀ ਜਦ ਤੱਕ ਜੀਵ ਸਤ ਸੰਗਤ 'ਚ ਨਹੀਂ ਆਉਂਦਾ, ਗੁਰੂ ਦੀ ਮੱਤ ਨਹੀਂ ਲੈਂਦਾ, ਉਹਦਾ ਜਿਹੜਾ ਸੁਭਾਅ ਉਹ ਔਗਣਾਂ ਵਾਲਾ ਹੀ ਹੁੰਦਾ, ਉਹ ਔਗਣ ਹੀ ਦੇਖਦਾ। ਮਹਾਰਾਜ ਫਿਰ ਤਾਂਹੀਓ ਦੱਸਦੇ ਵੀ ਸਤ ਸੰਗਤ ਤੋਂ ਬਿਨਾਂ ਜਿਹੜਾ ਜੀਵ ਦਾ ਜੀਵਨ ਉਹ ਪਸ਼ੂਆਂ ਵਰਗਾ ਹੈ, ਪਸ਼ੂਆਂ ਦੇ ਨਿਆਈ। ਮਨਮੁਖ ਹੈ ਜਿਹੜਾ, ਉਹ ਪਸ਼ੂਆਂ ਵਰਗਾ ਹੈ। ਮਹਾਰਾਜ ਫਰਮਾਉਂਦੇ, ਬਿਨ ਸੰਗਤੀ ਸਭ ਐਸੇ ਰਹੇ, ਜੈਸੇ ਪਸ਼ ਢੋਰ, ਜਿਨ ਕੀਤੀ ਤਿਸੇ ਨ ਜਾਣਨੀ, ਬਿਨ ਨਾਮੇ ਸਭ ਚੋਰ। ਬਈ ਸਤ ਸੰਗਤ ਤੋਂ ਬਿਨਾਂ ਜੀਵ ਦਾ ਜਿਹੜਾ ਜੀਵਨ ਉਹ ਪਸ਼ੂਆਂ ਵਰਗਾ ਹੈ। ਜਿਵੇਂ ਪਸ਼ੂ ਭਾਰ ਢੋਂਦਾ, ਮਨਮੁਖ ਵੀ ਸਾਰੀ ਉਮਰ ਭਾਰੀ ਢੋਂਦਾ ਰਹਿੰਦਾ। ਹੁਣ ਆਪਾਂ ਨੂੰ ਫਿਰ ਸੱਚੇ ਪਾਤਸ਼ਾਹ ਦੱਸਦੇ ਵੀ ਉਹ ਕਿਵੇਂ ਭਾਰ ਢੋਂਦਾ। ਉਹ ਦੂਸਰਿਆਂ ਦੀ ਨਿੰਦਿਆ ਕਰ ਕਰਕੇ, ਦੂਸਰਿਆਂ ਦੇ ਨਾਲ ਵੈਰ ਵਿਰੋਧ, ਈਰਖਾ, ਨਫ਼ਰਤ ਕਰ ਕਰਕੇ ਉਹ ਦੂਜਿਆਂ ਦਾ ਭਾਰ ਚੁੱਕ ਚੁੱਕ ਕੇ ਦਰਗਾਹ ਸੁੱਟਦਾ ਬਿਨਾਂ ਮਨਜ਼ੂਰੀ ਤੋਂ ਹੀ। ਅਤੇ ਉਹਨੂੰ ਕਹਿੰਦੇ ਆਤਮ ਘਾਤੀ, ਬਈ ਇਹ ਕਸਾਈ ਹੈ। ਬਈ ਇਹ ਨਿੰਦਿਆ ਕਰ ਕਰਕੇ ਦੂਸਰਿਆਂ ਦਾ ਭਾਰ ਚੁੱਕ ਚੁੱਕ ਕੇ ਦਰਗਾਹ ਸੁੱਟੀ ਜਾਂਦਾ, ਜਿਹੜਾ ਅੰਤ ਸਮੇਂ ਫਿਰ ਇਹਨੂੰ ਸਾਰਾ ਚੁੱਕਣਾ ਪੈਂਦਾ। ਮਹਾਰਾਜ ਫਰਮਾਉਂਦੇ, ਮਨਮੁਖ ਅੰਧੇ ਸੁਧ ਨਾ ਕਾਈ, ਆਤਮ ਘਾਤੀ ਹੈ ਜਗਤ ਕਸਾਈ। ਨਿੰਦਾ ਕਰ ਕਰ ਬਹੁ ਭਾਰ ਉਠਾਵੇ, ਬਿਨ ਮਨਜ਼ੂਰੀ ਭਾਰ ਪਹੁੰਚਾਵਣੇ। ਸੱਚੇ ਪਾਤਸ਼ਾਹ ਕਹਿੰਦੇ ਬਈ ਮਨਮੁਖ ਜੀਵ ਬਿਨਾਂ ਮਨਜ਼ੂਰੀ ਤੋਂ ਹੀ ਚੱਕ ਚੱਕ ਕੇ ਉਹ ਭਾਰ ਦੂਸਰਿਆਂ ਦਾ ਦਰਗਾਹ ਦੇ ਵਿੱਚ ਸੁੱਟੀ ਜਾਂਦਾ, ਜਿਹੜਾ ਅੰਤ ਸਮੇਂ ਫਿਰ ਉਹਨੂੰ ਚੁੱਕਣਾ ਪੈਂਦਾ। ਅਤੇ ਉਹਨੂੰ ਕਹਿੰਦੇ ਆਤਮ ਘਾਤੀ ਹੈ, ਬਈ ਇਹ ਕਸਾਈ ਬਣਿਆ ਹੋਏ। ਜਿਵੇਂ ਸੰਸਾਰ ਦੇ ਵਿੱਚ ਆਪਾਂ ਜੀਵ, ਜੇ ਕੋਈ ਆਤਮ ਹੱਤਿਆ ਕਰਦਾ, ਜੀਵ ਉਹਦੀ ਨਿੰਦਾ ਕਰਦੀ, ਜਾਂ ਕੋਈ ਕਸਾਈ ਹੈ ਜਿਹੜਾ ਜੀਵ ਹੱਤਿਆ ਕਰਦਾ, ਜੀਵ ਉਹਦੀ ਨਿੰਦਾ ਕਰਦੀ। ਹੁਣ ਸਤਿਗੁਰੂ ਕਹਿੰਦੇ ਵੀ ਆਤਮ ਘਾਤੀ ਕੌਣ ਹੈ, ਕਸਾਈ ਕੌਣ ਹੈ, ਜਿਹੜਾ ਜੀਵ ਨਿੰਦਿਆ ਕਰਦਾ, ਉਹਨੂੰ ਕਹਿੰਦੇ ਆਤਮ ਘਾਤੀ ਹੈ, ਕਸਾਈ ਹੈ। ਬਈ ਇਹ ਬਿਨਾਂ ਮਨਜ਼ੂਰੀ ਤੋਂ ਹੀ ਭਾਰ ਚੱਕ ਕੇ ਦੂਜਿਆਂ ਦਾ ਸੁੱਟੀ ਜਾਂਦਾ ਅਤੇ ਪਸ਼ੂਆਂ ਵਰਗਾ। ਤਾਂ ਹੀ ਕਹਿੰਦੇ ਆ ਨਾ, ਬਿਨ ਸੰਗਤੀ ਸਭ ਐਸੇ ਰਹੇ, ਜੈਸੇ ਪਸ਼ ਢੋਰ। ਬਈ ਜਿਵੇਂ ਪਸ਼ੂ ਭਾਰ ਢੋਣ ਵਾਲਾ, ਉਸੇ ਤਰ੍ਹਾਂ ਹੀ ਇਹ ਕਸਾਈ ਬਣਿਆ ਹੋਇਆ, ਭਾਰ ਹੀ ਢੋਈ ਜਾਂਦਾ, ਸਾਰੀ ਉਮਰ ਲੱਗਾ ਰਹਿੰਦਾ ਭਾਰ ਢੋਣ। ਇਸੇ ਵੀ ਭਾਰ ਢੋਂਦਾ, ਅਤੇ ਜਦੋਂ ਫਿਰ ਦਿੱਤਾ ਹੋਇਆ ਸਮਾਂ ਖਤਮ ਹੁੰਦਾ, ਉਹ ਸਾਰੀਆਂ ਪੰਡਾਂ ਬੰਨ੍ਹ ਕੇ ਇਹਦੇ ਸਿਰ 'ਤੇ ਰੱਖ ਦਿੰਦੇ। ਉੱਧਰੋਂ ਇਹਦੇ ਪੈਰਾਂ ਦੇ ਵਿੱਚ ਫਿਰ, ਕਿਉਂਕਿ ਇਹਦੇ ਅੰਦਰ ਹਉਮੈ ਹੁੰਦੀ, ਜੀਵ ਜਿਹਦੇ ਅੰਦਰ ਹਉਮੈ ਉਹੀਓ ਨਿੰਦਿਆ ਕਰਦਾ। ਹਉਮੈ ਹੰਕਾਰ ਦੇ ਵਿੱਚ ਆ ਕੇ ਜੀਵ ਦੂਸਰਿਆਂ ਨੂੰ ਮਾੜਾ ਕਹਿੰਦਾ। ਹੁਣ ਇਹਦੇ ਅੰਦਰ ਫਿਰ ਹਉਮੈ ਵੀ ਹੁੰਦੀ, ਹਉਮੈ ਦਾ ਕੰਡਾ ਚੁੱਭਦਾ ਅਤੇ ਸਿਰ ਦੇ ਉੱਤੇ ਭਾਰ ਰੱਖਿਆ ਹੋਇਆ। ਅਤੇ ਜਦੋਂ ਮਾੜਾ ਜਿਹਾ ਨਿੰਮਦਾ ਅਤੇ ਉੱਧਰੋਂ ਜਮ ਸਿਰ 'ਚ ਡੰਡੇ ਮਾਰਦੇ। ਇਹ ਫਿਰ ਜਿਹੜੇ ਗੁਰਮੁਖ ਜਾਗੇ, ਜਿਨ੍ਹਾਂ ਨੇ ਜਾਗ ਕੇ ਦੇਖਿਆ ਦਿਵ ਦ੍ਰਿਸ਼ਟੀ ਦੁਬਾਰਾ, ਉਹਨਾਂ ਨੇ ਫਿਰ ਆਪਾਂ ਨੂੰ ਗੁਰਬਾਣੀ ਗੁਰੂ 'ਚ ਦੱਸੀ। ਮਹਾਰਾਜ ਫਰਮਾਉਂਦੇ, ਸਾਕਤ ਹਰ ਰਸ ਸਾਧ ਨਾ ਜਾਣੇ ਆ, ਤੈਨ ਅੰਤਰ ਹਉਮੈ ਕੰਡਾ ਹੈ। ਜਿਉਂ ਜਿਉਂ ਚਲੇ ਚੁਭੇ ਦੁੱਖ ਪਾਵੇ, ਜਮਕਾਲ ਸਹੇ ਸਹਿ ਡੰਡਾ ਹੈ। ਬਈ ਜਿਵੇਂ ਇੱਧਰ ਸੰਸਾਰ 'ਚ ਕਿਸੇ ਜੀਵ ਨੂੰ ਪੈਰਾਂ ਤੋਂ ਨੰਗਾ ਹੋਵੇ ਅਤੇ ਸਿਰ 'ਤੇ ਪੰਡਾਂ ਰੱਖੀਆਂ ਹੋਣ, ਭਾਰ ਰੱਖਿਆ ਹੋਵੇ, ਉੱਧਰੋਂ ਕੰਡੇ ਵੱਜਣ ਪੈਰਾਂ ਦੇ ਵਿੱਚ ਅਤੇ ਉੱਧਰੋਂ ਸਿਰ 'ਤੇ ਵਜਨ ਰੱਖਿਆ ਹੋਇਆ, ਅਤੇ ਕਿੰਨੀ ਤਕਲੀਫ ਹੁੰਦੀ।
ਹੁਣ ਇਹੋ ਹਾਲਤ ਫਿਰ ਇਹ ਮਰਮੁਖ ਦੀ ਵੀ ਅੱਗੇ ਇਹਦੇ ਹਉਮੈ ਦਾ ਕੰਡਾ ਚੁੱਭਦਾ ਅਤੇ ਸਿਰ 'ਤੇ ਉਹ ਪੰਡਾਂ ਰੱਖੀਆਂ ਹੁੰਦੀਆਂ ਜਿਹੜੀਆਂ ਇਹਨੇ ਨਿੰਦਿਆ ਕਰ ਰੱਖੀ। ਦੂਸਰਿਆਂ ਦਾ ਭਾਰ ਚੁੱਕ ਕੇ ਸੁੱਟਿਆ ਹੁੰਦਾ ਬਿਨਾਂ ਮਨਜ਼ੂਰੀ ਤੋਂ ਹੀ। ਉਹ ਸਾਰੇ ਦੀਆਂ ਪੰਡਾਂ ਬੰਨ੍ਹ ਕੇ ਇਹਦੇ ਸਿਰ 'ਤੇ ਰੱਖ ਦਿੰਦੇ ਅਤੇ ਧਰਮਰਾਜ ਜਮਾਂ ਨੂੰ ਹੁਕਮ ਦੇ ਦਿੰਦਾ ਵੀ ਇਹਨੂੰ ਹੁਣ ਕੁੱਟਦੇ ਹੀ ਨਹੀਂ ਲੈ ਕੇ ਜਾਓ। ਫਿਰ ਉਦੋਂ ਮਹਾਰਾਜ ਕਹਿੰਦੇ ਵੀ ਸਿਰ 'ਚ ਡੰਡੇ ਵੱਜਦੇ ਅਤੇ ਪੈਰਾਂ 'ਚ ਹਉਮੈ ਦਾ ਕੰਡਾ ਚੁੱਭਦਾ। ਕਿਉਂਕਿ ਇੱਧਰ ਸਾਖਤ ਬਣਿਆ ਰਿਹਾ, ਸਾਖਤ ਬਣੇ ਹੋਏ ਨੇ, ਨਾ ਤਾਂ ਸਤ ਸੰਗਤ ਕੀਤੀ, ਨਾ ਹਰ ਰਸ ਨੂੰ ਜਾਣੇ, ਜਿਹੜਾ ਆਪਦੀ ਮਰਨ ਦੀ ਖੁਰਾਕ ਸੀ ਉਹ ਖੁਰਾਕ ਨਹੀਂ ਲਈ। ਸਾਖਤ ਹਰ ਰਸ ਸਾਧਨਾ ਜਾਣੇ ਆ ਵੀ ਉਹ ਸਾਖਤ ਨੇ ਹਰੀ ਦੇ ਰਸ ਦਾ ਸਵਾਦ ਨਹੀਂ ਜਾਣਿਆ, ਹਰ ਰਸ ਨੂੰ ਨਹੀਂ ਬੁੱਝਿਆ। ਜਿਹੜਾ ਅੰਦਰ ਸੀ ਉਹ ਕੰਡਾ ਸੀ ਹਉਮੈ ਦਾ, ਅੰਤਰ ਹਉਮੈ ਕੰਡਾ ਇਹ ਬਈ ਅੰਦਰ ਹਉਮੈ ਹੰਕਾਰ ਹੋਣ ਕਰਕੇ ਦੂਸਰਿਆਂ ਦੀ ਨਿੰਦਿਆ ਕਰਦਾ ਸੀ, ਦੂਸਰਿਆਂ ਨੂੰ ਮਾੜਾ ਕਹਿੰਦਾ ਸੀ। ਸੋ ਇਸ ਵਾਸਤੇ ਫਿਰ ਜਿਹੜੇ ਜੀਵਨ ਨਿੰਦਿਆ ਕਰਦੇ ਉਹਨਾਂ ਨੂੰ ਗੁਰਬਾਣੀ ਗੁਰੂ ਵਿੱਚ ਬਹੁਤ ਮਾੜਾ ਆਖਿਆ। ਮਹਾਰਾਜ ਕਹਿੰਦੇ ਨਿੰਦਿਆ ਜਿਹੜੇ ਜੀਵ ਨੂੰ ਇਹ ਰੋਗ ਲੱਗ ਗਿਆ ਨਿੰਦਿਆ ਦਾ, ਇਹ ਐਸਾ ਰੋਗ ਹੈ ਵੀ ਜਿਹਦਾ ਕੋਈ ਦਾਰੂ ਨਹੀਂ। ਜਿਵੇਂ ਹੁਣ ਸੰਸਾਰ 'ਚ ਆਪਾਂ ਦੇਖਦੇ ਵੀ ਕਈ ਐਸੀਆਂ ਬਿਮਾਰੀਆਂ ਵੀ ਜਿਨ੍ਹਾਂ ਦਾ ਡਾਕਟਰ ਵੀ ਕਹਿ ਦਿੰਦੇ ਵੀ ਕੋਈ ਇਲਾਜ ਨਹੀਂ ਹੈ ਜੀ ਇਹਦਾ, ਵੀ ਇਸ ਬਿਮਾਰੀ ਤੋਂ ਬਚੋ, ਜੇ ਲੱਗੀ ਤਾਂ ਇਹਦਾ ਕੋਈ ਇਲਾਜ ਨਹੀਂ। ਔਰ ਇਸੇ ਤਰ੍ਹਾਂ ਹੀ ਸਤਿਗੁਰੂ ਕਹਿੰਦੇ ਇਹ ਬਿਮਾਰੀ ਐਸੀ ਨਿੰਦਿਆ ਦਾ ਰੋਗ ਜਿਹਨੂੰ ਲੱਗ ਗਿਆ, ਮਹਾਰਾਜ ਕਹਿੰਦੇ ਉਹਦਾ ਕੋਈ ਦਾਰੂ ਨਹੀਂ। ਰਮਾਉਂਦੇ ਔਖਦ ਸਭੇ ਕੀਤੀਆਂ ਨਿੰਦਕਾ ਦਾਰੂ ਨਾਹੀਂ। ਬਈ ਹੋਰ ਤਾਂ ਔਖਦ ਦਾਰੂ ਹੈਗੇ, ਪਰ ਜਿਹੜਾ ਨਿੰਦਕ ਜੀ ਉਹਨੂੰ ਕੋਈ ਦਾਰੂ ਵੀ ਨਹੀਂ ਲੱਗਦਾ। ਕਿ ਉਹਦਾ ਸੁਭਾਅ ਬਣ ਗਿਆ ਨਿੰਦਿਆ ਵਾਲਾ, ਉਹ ਆਪਦਾ ਸੁਭਾਅ ਨਹੀਂ ਬਦਲਦਾ, ਉਹਨੂੰ ਛੱਡਦਾ ਨਹੀਂ ਨਿੰਦਿਆ ਨੂੰ। ਹੁਣ ਤਾਂ ਕਰਕੇ ਸਤਿਗੁਰੂ ਕਹਿੰਦੇ ਵੀ ਨਿੰਦਾ ਜਿਹੜੀ ਉਹ ਕਿਸੇ ਦੀ ਵੀ ਨਹੀਂ ਭਲੀ। ਜਿਹੜੇ ਕਰਦੇ ਉਹਨਾਂ ਨੂੰ ਕਹਿੰਦੇ ਬੜੇ ਮਨਮੁਖ ਨੇ, ਬੜੇ ਮੂਰਖ ਨੇ। ਬਈ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਕਰਕੇ ਨਿੰਦਿਆ ਸਾਡਾ ਮੂੰਹ ਕਾਲਾ ਹੋਣਾ, ਸਾਨੂੰ ਨਰਕਾਂ ਦੇ ਵਿੱਚ ਸੁੱਟਿਆ ਜਾਣਾ ਅਤੇ ਸਾਨੂੰ ਸਜ਼ਾ ਮਿਲਣੀ ਹੈ ਜੀ। ਮਹਾਰਾਜ ਇਸ ਲਈ ਫਰਮਾਉਂਦੇ ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ ਮੂੰਹ ਕਾਲੇ ਤਨ ਨਿੰਦਕਾਂ ਨਰਕੇ ਘੋਰ ਭਵਨ। ਬਈ ਜਿਹੜੇ ਜੀਵ ਨਿੰਦਾ ਕਰਦੇ ਉਹਨਾਂ ਦਾ ਮੁੱਖ ਕਾਲਾ ਹੁੰਦਾ। ਅਤੇ ਹੁਣ ਜਿਹੜਾ ਸਿਆਣਾ ਜੀਵ ਹੈ ਉਹ ਨਹੀਂ ਚਾਹੁੰਦਾ ਵੀ ਮੇਰਾ ਮੂੰਹ ਕਾਲਾ ਹੋਵੇ, ਬਈ ਮੇਰਾ ਮੂੰਹ ਕਾਲਾ ਕਰਕੇ ਮੈਨੂੰ ਸਜ਼ਾ ਦਿੱਤੀ ਜਾਵੇ। ਜਿਵੇਂ ਆਪਾਂ ਸੰਸਾਰ 'ਚ ਦੇਖਦੇ ਹਾਂ ਨਾ ਵੀ ਕਈ ਜੀਵ ਕੋਈ ਐਸਾ ਕਰਮ ਕਰ ਲੈਂਦਾ ਵੀ ਜਿਹਨੂੰ ਸੰਸਾਰੀ ਜੀਵ ਬੜਾ ਮਾੜਾ ਕਹਿੰਦੇ, ਅਤੇ ਫਿਰ ਉਹ ਕਹਿੰਦੇ ਵੀ ਇਹਦਾ ਮੂੰਹ ਕਾਲਾ ਕਰੋ ਅਤੇ ਇਹਦਾ ਮੂੰਹ ਕਾਲਾ ਕਰਕੇ ਇਹਨੂੰ ਕੀੜਾ ਦਵਾਓ। ਬੜੀ ਇਸੇ ਤਰ੍ਹਾਂ ਹੀ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਹੜੇ ਜੀਵ ਨਿੰਦਿਆ ਕਰਦੇ ਉਹਨਾਂ ਦਾ ਮੂੰਹ ਕਾਲਾ ਹੋ ਜਾਂਦਾ, ਉਹਨਾਂ ਦਾ ਮੂੰਹ ਕਾਲਾ ਕਰਕੇ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਅਤੇ ਉਹਨੂੰ ਨਰਕਾਂ 'ਚ ਸੁੱਟ ਦਿੰਦੇ। ਹੁਣ ਜਿਹੜਾ ਸਿਆਣਾ ਜੀਵ ਹੈ ਹੁਣ ਉਹ ਨਹੀਂ ਚਾਹੁੰਦਾ ਵੀ ਮੇਰਾ ਮੂੰਹ ਕਾਲਾ ਹੋਵੇ, ਵੀ ਮੈਨੂੰ ਇਹਦੀ ਸਜ਼ਾ ਮਿਲੇ। ਬੜੀ ਇਸ ਵਾਸਤੇ ਫਿਰ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਵੀ ਇਹ ਤੋਂ ਬਚੋ, ਵੀ ਇਹ ਤੋਂ ਸਾਵਧਾਨ ਹੋ। ਜੇ ਹੁਣ ਇਹ ਪਰਹੇਜ਼ ਅਸੀਂ ਨਹੀਂ ਰੱਖਾਂਗੇ ਫਿਰ ਅਸੀਂ ਕਿਵੇਂ ਮਾਲਕ ਦੇ ਨਾਲ ਪ੍ਰੀਤ ਕਰਾਂਗੇ, ਕਿਵੇਂ ਅਸੀਂ ਆਪਦੇ ਜੀਵਨ ਦਾ ਲਾਹਾ ਖੱਟਾਂਗੇ। ਮਹਾਰਾਜ ਕਹਿੰਦੇ ਕਹੋ ਗਸਾਈ ਮਿਲੀਏ ਕਿ ਜੋ ਬੇਵਰਜਾ ਤੇ ਸਿਉਨੇ। ਬਈ ਮਾਲਕ ਨੂੰ ਅਸੀਂ ਕਿਵੇਂ ਮਿਲੀਏ, ਫਿਰ ਜਿਹੜੀ ਚੀਜ਼ ਤੋਂ ਮਾਲਕ ਸਾਨੂੰ ਮਨਾ ਕਰਦੇ, ਗੁਰੂ ਸਾਹਿਬ ਮਨਾ ਕਰਦੇ, ਅਸੀਂ ਉਹੀਓ ਚੀਜ਼ ਕਰਦੇ ਹਾਂ। ਸਾਨੂੰ ਕਹਿੰਦੇ ਨਿੰਦਿਆ ਕਰਕੇ ਮੂੰਹ ਕਾਲਾ ਹੁੰਦਾ ਅਤੇ ਸਜ਼ਾ ਮਿਲਦੀ, ਅਤੇ ਜੇ ਹੁਣ ਅਸੀਂ ਛੱਡਦੇ ਨਹੀਂ ਅਤੇ ਫਿਰ ਅਸੀਂ ਆਖੀਏ ਵੀ ਸਾਨੂੰ ਮਾਲਕ ਦੇ ਘਰ 'ਚ ਮਾਣ ਮਿਲੇ, ਅਤੇ ਮਾਣ ਤਾਂ ਮਿਲੇਗਾ ਜੇ ਅਸੀਂ ਮਾਣ ਵਾਲਾ ਕੰਮ ਕਰਾਂਗੇ। ਜੇ ਹੁਣ ਅਸੀਂ ਕਰਮ ਹੀ ਐਸਾ ਕਰਦੇ ਹਾਂ ਵੀ ਜਿਹਦੇ ਨਾਲ ਸਾਡਾ ਮੁੱਖ ਕਾਲਾ ਹੋਵੇ, ਸਾਨੂੰ ਸਜ਼ਾ ਮਿਲੇ,
ਫਿਰ ਤਾਈਓ ਮਹਾਰਾਜ ਕਹਿੰਦੇ ਵੀ ਜਿਹੜੇ ਜੀਵ ਹੁਣ ਫਿੱਕੇ ਬੋਲਦੇ, ਦੂਸਰਿਆਂ ਨੂੰ ਫਿੱਕਾ ਬੋਲਦੇ, ਮਾੜਾ ਬੋਲਦੇ, ਉਹਨਾਂ ਦਾ ਮਨ ਵੀ ਫਿੱਕਾ ਅਤੇ ਉਹਨਾਂ ਦਾ ਤਨ ਵੀ ਫਿੱਕਾ, ਅਤੇ ਉਹਨਾਂ ਨੂੰ ਸਜ਼ਾ ਮਿਲਣੀ ਦਰਗਾਹ ਦੇ ਵਿੱਚ। ਮਹਾਰਾਜ ਕਹਿੰਦੇ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕੀ ਸਦੀਏ ਫਿੱਕੋ ਫਿੱਕੀ ਸੋਏ, ਫਿੱਕਾ ਦਰਗੇ ਸਟੀਏ ਮੂੰਹ ਥੋਕਾਂ ਫਿੱਕੇ ਪਾਈ, ਫਿੱਕਾ ਮੂਰਖ ਆਖੀਏ ਪਾਣਾ ਲਈ ਸਜਾਈ। ਬਈ ਹੁਣ ਸਾਨੂੰ ਕਹਿੰਦੇ ਵੀ ਫਿੱਕੇ ਬੋਲਣਾ ਬੋਲੋ, ਜੇ ਬੋਲਾਂਗੇ ਤਾਂ ਇਹਦੀ ਸਜ਼ਾ ਮਿਲਣੀ। ਹੁਣ ਜੇ ਅਸੀਂ ਫਿਰ ਵੀ ਆਪਦੀ ਮੱਤ ਨਹੀਂ ਛੱਡਦੇ, ਫਿਰ ਵੀ ਅਸੀਂ ਫਿੱਕੇ ਬੋਲੀ ਜਾਂਦੇ, ਫਿਰ ਵੀ ਮਾੜਾ ਬੋਲੀ ਜਾਂਦੇ, ਫਿਰ ਐਸੀ ਅਵਸਥਾ 'ਚ ਕਹਿੰਦੇ ਵੀ ਫਿਰ ਸੱਚਾ ਸਤਿਗੁਰੂ ਕੀ ਕਰੇ। ਬਈ ਜਦੋਂ ਸਿੱਖਾਂ ਨੇ ਕਹਿਣਾ ਹੀ ਨਹੀਂ ਮੰਨਣਾ, ਫਿਰ ਇਹਦੇ ਵਿੱਚ ਸੱਚੇ ਸਤਿਗੁਰੂ ਦਾ ਕੋਈ ਦੋਸ਼ ਨਹੀਂ ਹੈ। ਮਾਰੇ ਫਰਮਾਉਂਦੇ ਕਬੀਰ ਸੱਚਾ ਸਤਿਗੁਰ ਕਿਆ ਕਰੇ, ਜਬ ਸਿੱਖਾਂ ਮਾਹੇ ਚੂਕ, ਆਂਦੇ ਕਿ ਨਾ ਲੱਗੇ ਜਾਂ ਬਾਂਸ ਵਜਾਈਏ ਫੂਕ। ਮਾਰੇ ਕਹਿੰਦੇ ਫਿਰ ਸੱਚਾ ਸਤਿਗੁਰੂ ਕੀ ਕਰੇ, ਵੀ ਉਹਨੂੰ ਕੀ ਦੋਸ਼ ਸਤਿਗੁਰ ਨੂੰ, ਵੀ ਜਦੋਂ ਸਿੱਖਾਂ ਨੇ ਕਹਿਣਾ ਹੀ ਨਹੀਂ ਮੰਨਣਾ। ਸਾਨੂੰ ਕਹਿੰਦੇ ਨਿੰਦਿਆ ਨਾ ਕਰੋ ਨਾ ਸੁਣੋ, ਅਸੀਂ ਨਿੰਦਿਆ ਕਰੀ ਵੀ ਜਾਂਦੇ, ਸੁਣੀ ਵੀ ਜਾਂਦੇ। ਸਾਨੂੰ ਕਹਿੰਦੇ ਫਿੱਕੇ ਬੋਲ ਨਾ ਬੋਲੋ, ਅਤੇ ਅਸੀਂ ਫਿੱਕੇ ਬੋਲ ਵੀ ਬੋਲੀ ਜਾਂਦੇ। ਸਾਨੂੰ ਕਹਿੰਦੇ ਕਿਸੇ ਨਾਲ ਦੁਬਦਾ ਨਾ ਕਰੋ, ਜੇ ਦੁਬਦਾ ਕਰੋਗੇ ਤਾਂ ਤੁਹਾਨੂੰ ਇਹਦੀ ਸਜ਼ਾ ਮਿਲੇਗੀ। ਮਹਾਰਾਜ ਕਹਿੰਦੇ ਜਿਸ ਨਰ ਕੀ ਦੁਬਦਾ ਨਾ ਜਾਏ, ਧਰਮ ਰਾਏ ਤੇ ਸਦੇ ਸਜਾਏ। ਬਈ ਜਿਨ੍ਹਾਂ ਦੇ ਅੰਦਰੋਂ ਦੁਬਦਾ ਨਹੀਂ ਜਾਂਦੀ, ਬਈ ਉਹਨਾਂ ਨੂੰ ਧਰਮ ਰਾਏ ਤੋਂ ਸਜ਼ਾ ਮਿਲਦੀ। ਜੇ ਹੁਣ ਅਸੀਂ ਇਹ ਦੁਬਦਾ ਵੀ ਨਹੀਂ ਛੱਡਦੇ, ਅਸੀਂ ਵੈਰ ਵਿਰੋਧ ਕੀਤੀ ਜਾਂਦੇ, ਦੁਬਦਾ ਕੀਤੀ ਜਾਂਦੇ, ਈਰਖਾ ਨਫ਼ਰਤ ਕੀਤੀ ਜਾਂਦੀ। ਹੁਣ ਜੇ ਸਾਡੇ ਅੰਦਰੋਂ ਦੁਬਦਾ ਖਤਮ ਨਹੀਂ ਹੋਈ, ਫਿਰ ਅਸੀਂ ਕਰੋੜਾਂ ਜਪ ਤਪ ਕਰ ਲਈਏ, ਕਰੋੜਾਂ ਤੀਰਥਾਂ 'ਤੇ ਜਾਈਏ, ਇਸ਼ਨਾਨ ਕਰੀਏ ਜੀ, ਜਦ ਤੱਕ ਸਾਡੇ ਅੰਦਰੋਂ ਇਹ ਦੁਬਦਾ ਨਹੀਂ ਜਾਂਦੀ, ਉਹਨਾਂ ਸਮਾਂ ਸਾਡੇ ਕੀਤੇ ਹੋਏ ਜਪ ਤਪ ਇਹ ਕਿਸੇ ਕੰਮ ਨਹੀਂ ਆਉਂਦੇ। ਮਹਾਰਾਜ ਕਹਿੰਦੇ ਇਸ ਮਾਰੀ ਬਿਨ ਥਾਏ ਨਾ ਪਰੇ, ਕੋਟ ਕਰਮ ਜਪ ਤਪ ਕਰੇ। ਬਈ ਜਦ ਤੱਕ ਜੀਵ ਦੇ ਅੰਦਰੋਂ ਦੁਬਦਾ ਨਹੀਂ ਜਾਂਦੀ, ਜਦ ਤੱਕ ਉਹਦੇ ਅੰਦਰੋਂ ਵੈਰ ਵਿਰੋਧ ਨਹੀਂ ਜਾਂਦਾ, ਉਹਨਾਂ ਸਮਾਂ ਕਰੋੜਾਂ ਜਪ ਤਪ ਕਰ ਲਏ, ਉਹਦਾ ਕੀਤਾ ਹੋਇਆ ਕਿਸੇ ਥਾਈ ਨਹੀਂ ਪੈਂਦਾ। ਜਦ ਤੱਕ ਉਹਦੇ ਅੰਦਰੋਂ ਇਹ ਦੁਬਦਾ ਨਹੀਂ ਜਾਂਦੀ। ਤਾਈਓ ਮਾਰੇ ਕਹਿੰਦੇ ਜਿਹਨੇ ਇਹ ਮਾਰ ਲਈ ਉਹ ਸੂਰਮਾ, ਜੋ ਇਸ ਮਾਰੇ ਸੋਈ ਸੂਰਾ, ਜੋ ਇਸ ਮਾਰੇ ਸੋਈ ਪੂਰਾ। ਐਸਾ ਕੋਈ ਜੋ ਦੁਬਦਾ ਮਾਰ ਗਵਾਵੇ, ਇਸੇ ਮਾਰ ਰਾਜ ਜੋਗ ਕਮਾਵੇ। ਮਾਰੇ ਕਹਿੰਦੇ ਵੀ ਉਹ ਸੂਰਮਾ ਜਿਹਨੇ ਦੁਬਦਾ ਨੂੰ ਮਾਰ ਲਿਆ। ਹੁਣ ਜਿਹਨੇ ਦੁਬਦਾ ਨਹੀਂ ਛੱਡੀ, ਉਹਨੂੰ ਕਹਿੰਦੇ ਵੀ ਕਰੋੜਾਂ ਜਪ ਤਪ ਕਰੀ ਜਾ, ਉਹਦਾ ਕਿਸੇ ਥਾਈ ਨਹੀਂ ਪੈਂਦਾ। ਜਿਵੇਂ ਹੁਣ ਸੰਸਾਰ ਦੇ ਵਿੱਚ ਜੀਵ ਕਹਿੰਦੇ, ਜਿਵੇਂ ਬਹੁਤੇ ਜੀਵਾਂ ਨੂੰ ਭਰਮ ਇਹ ਹੁੰਦਾ ਵੀ ਅਸੀਂ ਗੁਰੂ ਘਰ ਆਉਂਦੇ ਹਾਂ, ਜਾਂ ਸਾਡੀ ਸੇਵਾ ਕਿਸੇ ਨੂੰ ਹੋਰ ਨਾ ਲੱਗ ਜੇ, ਸਾਡੀ ਸੇਵਾ ਦਾ ਕੋਈ ਫਲ ਹੋਰ ਨਾ ਲੈ ਜੇ, ਜਾਂ ਸਾਡੀ ਕੀਤੀ ਹੋਈ ਸੇਵਾ ਵਿਅਰਥ ਨਾ ਚਲੀ ਜਾਵੇ, ਇਹਦਾ ਸਾਨੂੰ ਫਲ ਮਿਲਣਾ ਚਾਹੀਦਾ। ਹੁਣ ਆਵਾਂ ਨੂੰ ਫਿਰ ਸੱਚੇ ਪਾਤਸ਼ਾਹ ਦੱਸਦੇ ਬਈ ਕਿਹਦਾ ਕੀਤਾ ਹੋਇਆ ਨੇਫਲ ਚਲਿਆ ਜਾਂਦਾ, ਜਿਹਦੇ ਅੰਦਰ ਹਉਮੈ ਹੰਕਾਰ ਹੈ, ਜਿਹਦੇ ਅੰਦਰ ਦੁਬਦਾ ਹੈ। ਮਹਾਰਾਜ ਕਹਿੰਦੇ ਉਹਦਾ ਇਹ ਸਾਰਾ ਕੇਸ ਕੀਤਾ ਹੋਇਆ ਤੀਰਥ ਵਰਤ ਨੇਮ, ਇਹ ਸਭ ਇਸ ਤਰ੍ਹਾਂ ਵੀ ਜਿਵੇਂ ਹਾਥੀ ਇਸ਼ਨਾਨ ਕਰਦਾ, ਹਾਥੀ ਪਾਣੀ 'ਚ ਵੜਦਾ, ਇਸ਼ਨਾਨ ਕਰਦਾ, ਅਤੇ ਜਦੋਂ ਬਾਹਰ ਨਿਕਲਦਾ ਉਹ ਆਪਦੇ ਉੱਤੇ ਫਿਰ ਚਿੱਕੜ ਪਾ ਲੈਂਦਾ। ਉਹੀਓ ਅਵਸਥਾ ਸਤਿਗੁਰੂ ਇਹਨਾਂ ਜੀਵਾਂ ਦੀ ਦੱਸਦੇ, ਕਹਿੰਦੇ ਵੀ ਤੀਰਥ ਵਰਤ ਔਰ ਨੇਮ ਕਰ, ਮਨ ਮੈਂ ਧਰੇ ਘਮਾਨ, ਨਾਨਕ ਨੇਫਲ ਜਾਤ ਹੈ ਜਿਉਂ ਕੁੰਚਰ ਇਸ਼ਨਾਨ। ਬਈ ਜੀਵ ਤੀਰਥਾਂ 'ਤੇ ਜਾਂਦੇ, ਵਰਤ ਕਰਦੇ, ਪੂਜਾ ਕਰਦੇ, ਨੇਮ ਕਰਦੇ, ਇਸ਼ਨਾਨ ਕਰਦੇ,
ਪਰ ਅੰਦਰ ਨਾਲ ਹੀ ਹਉਮੈ, ਨਾਲ ਹੀ ਹੰਕਾਰ ਖੜਾ, ਨਾਲ ਹੀ ਅੰਦਰ ਅਭਿਮਾਨ ਹੈ ਵੀ ਮੈਂ ਤਾਂ ਸੇਵਾ ਬਹੁਤ ਕਰਦਾ, ਮੇਰੇ ਵਰਗਾ ਸੇਵਾਦਾਰ ਕੌਣ ਹੋ ਸਕਦਾ, ਮੈਂ ਤਾਂ ਪੁੰਨ ਦਾਨ ਹੀ ਬਹੁਤ ਕਰਦਾ, ਮੇਰੇ ਵਰਗਾ ਦਾਨ ਕਿਹਨੇ ਕਰ ਦੇਣਾ, ਮੈਂ ਤਾਂ ਇੰਨਾ ਨਿਤਨੇਮੀ ਆ ਰੋਜ਼, ਮੇਰਾ ਤਾਂ ਕਿਤੇ ਨਿਤਨੇਮ ਖੁੰਝਦਾ ਹੀ ਨਹੀਂ। ਜੇ ਹੁਣ ਅੰਦਰ ਹੰਕਾਰ ਹੈ, ਹਉਮੈ, ਤੇ ਮਹਾਰਾਜ ਕਹਿੰਦੇ ਤੇਰਾ ਕੀਤਾ ਹੋਇਆ ਇੱਦਾਂ ਹੈ ਜਿਵੇਂ ਹਾਥੀ ਦਾ ਇਸ਼ਨਾਨ ਹੋਵੇ, ਬਈ ਕਰਕੇ ਉੱਤੇ ਫੇਰ ਆਪਦੇ ਚਿਕੜ ਸੁੱਟ ਲਏ। ਜਿਵੇਂ ਹੁਣ ਅਸੀਂ ਸੇਵਾ ਕੀਤੀ ਜਾਂ ਸੰਗਤ ਕਰਦੇ ਹਾਂ, ਸਿਮਰਨ ਕਰਦੇ ਹਾਂ, ਹੁਣ ਆਪਾਂ ਇੱਥੇ ਆਉਂਦੇ ਤੇ ਸਤਿਗੁਰੂ ਆਪਣਾ ਇਸ਼ਨਾਨ ਕਰਾਉਂਦੇ। ਜਦੋਂ ਹੁਣ ਆਪਾਂ ਇੱਕ ਜਣਾ ਸ਼ਬਦ ਦੀ ਵਿਚਾਰ ਕਰਦੇ ਹਾਂ, ਬਾਕੀ ਆਪਾਂ ਧਿਆਨ ਦੇ ਨਾਲ ਸੁਣਦੇ ਹਾਂ, ਇਹਦੇ ਨਾਲ ਸਾਡਾ ਮਨ ਤੇ ਮਨ ਦਾ ਤਨ ਧੋਤਾ ਜਾਂਦਾ। ਮਹਾਰਾਜ ਫਰਮਾਉਂਦੇ ਮਨ ਤਨ ਧੋਵੇ ਸ਼ਬਦ ਵਿਚਾਰੀ। ਹੁਣ ਇੱਥੇ ਜਿੰਨਾ ਸਮਾਂ ਆਪਾਂ ਸ਼ਬਦ ਦੀ ਵਿਚਾਰ ਕਰਾਂਗੇ, ਸੁਣਾਂਗੇ, ਆਪਣਾ ਮਨ ਧੋਤਾ ਜਾਣਾ, ਸਾਡਾ ਇਸ਼ਨਾਨ ਹੋ ਗਿਆ। ਹੁਣ ਚਿਕੜ ਕਿਵੇਂ ਪੈਂਦਾ ਫਿਰ? ਜਿਵੇਂ ਹੁਣ ਅਸੀਂ ਸੰਗਤ 'ਚੋਂ ਬਾਹਰ ਜਾਈਏ ਤੇ ਬਾਹਰ ਜਾ ਕੇ ਆਪਾਂ ਨਿੰਦਿਆ ਸ਼ੁਰੂ ਕਰ ਲਈਏ। ਬਾਹਰ ਜਾਣ ਸਾਰੀ ਆਪਾਂ ਕਿਸੇ ਦੀ ਨਿੰਦਿਆ, ਕਿਸੇ ਦੇ ਔਗਣ ਫਰੋਲਣੇ ਸ਼ੁਰੂ ਕਰਤੀ। ਉਹ ਆਪਣਾ ਕੀਤਾ ਹੋਇਆ ਇੱਦਾਂ ਹੋ ਗਿਆ ਵੀ ਜਿਵੇਂ ਹਾਥੀ ਦਾ ਇਸ਼ਨਾਨ ਹੈ, ਬਈ ਪਹਿਲਾਂ ਇਸ਼ਨਾਨ ਕਰ ਲਿਆ ਤੇ ਮੁੜ ਕੇ ਬਾਹਰ ਜਾ ਕੇ ਆਪਦੇ ਤੇ ਚਿੱਕੜ ਪਾ ਲਏ। ਉਹ ਫਿਰ ਉਦੋਂ ਵੱਧ ਸਾਡੇ ਤੇ ਫਿਰ ਮੈਲ ਚੜ੍ਹ ਗਈ, ਜਿੰਨੀ ਲਾਈ ਸੀ ਉਦੋਂ ਵੱਧ ਹੋਰ ਚੜ੍ਹਾ ਲਈ। ਹੁਣ ਮਹਾਰਾਜ ਇਸ ਤਰ੍ਹਾਂ ਫਿਰ ਆਪਾਂ ਨੂੰ ਦੱਸਦੇ ਬਈ ਜੇ ਹੁਣ ਅਸੀਂ ਇਹ ਰਹਿਤਾਂ ਨਹੀਂ ਰੱਖਦੇ ਮਨ ਦੀਆਂ, ਜੇ ਹੁਣ ਅਸੀਂ ਇਹ ਦੁਵਿਧਾ ਨਹੀਂ ਛੱਡਦੇ, ਵੈਰ ਵਿਰੋਧ ਨਹੀਂ ਛੱਡਦੇ, ਫਿਰ ਅਸੀਂ ਚਾਹੇ ਕਰੋੜਾਂ ਜਪ ਤਪ ਕਰੀ ਜਾਈਏ, ਕਰੋੜਾਂ ਤੀਰਥਾਂ 'ਤੇ ਇਸ਼ਨਾਨ ਕਰੇ ਆਈਏ, ਜੇ ਹੁਣ ਅਸੀਂ ਅੰਦਰੋਂ ਝੂਠੇ ਹਾਂ, ਸੰਸਾਰ ਦੇ ਵਿੱਚ ਬਾਹਰ ਜੀਵ ਸਾਡਾ ਕਿੰਨਾ ਵੀ ਸਤਿਕਾਰ ਕਰਨ ਵੀ ਇਹ ਤਾਂ ਬੜੇ ਜੀ, ਇਹ ਤਾਂ ਬੜੇ ਦਾਨੀ ਸੱਜਣ ਨੇ, ਇਹਨਾਂ ਤੋਂ ਵੱਧ ਦਾਨ ਕਿਹਨੇ ਕਰਨਾ, ਇਹ ਤਾਂ ਬੜਾ ਤੀਰਥਾਂ 'ਤੇ ਜਾਂਦੇ, ਇਹ ਤਾਂ ਬੜਾ ਪੁੰਨ ਦਾਨ ਕਰਦੇ। ਹੁਣ ਜੇ ਅੰਦਰ ਹਉਮੈ, ਜੇ ਅੰਦਰ ਹੰਕਾਰ ਹੈ, ਅੰਦਰੋਂ ਝੂਠੇ ਆ, ਤੇ ਦੁਨੀਆ ਦੇ ਵਿੱਚ ਬੜਾ ਸਤਿਕਾਰ। ਫਿਰ ਉਹਨਾਂ ਵਰਤਾਏ ਮਹਾਰਾਜ ਕਹਿੰਦੇ ਅੰਦਰੋਂ ਝੂਠੇ ਪੈਜ ਬਾਹਰ, ਦੁਨੀਆ ਅੰਦਰ ਫੈਲ, 68 ਤੀਰਥ ਜੇ ਨਹਾਵੇ ਉਤਰੇ ਨਾਹੀ ਮੈਲ। ਬਈ ਅੰਦਰੋਂ ਮੈਂ ਝੂਠਾ, ਬਾਹਰ ਸੰਸਾਰ ਦੇ ਵਿੱਚ ਜੀਵ ਬੜਾ ਸਤਿਕਾਰ ਕਰਦੀ। ਹੁਣ ਚਾਹੇ ਮੈਂ ਕਰੋੜਾਂ ਤੀਰਥਾਂ 'ਤੇ ਕਰੋੜਾਂ ਵਾਰ ਇਸ਼ਨਾਨ ਕਰਿਆ ਮੈਂ ਤੇ ਮੈਲ ਨਹੀਂ ਉਤਰਨ। ਕਿਉਂਕਿ ਜਿਹੜੀ ਸਾਡੇ ਅੰਦਰ ਦੀ ਮੈਲ ਮਨ ਦੀ, ਇਹ ਬਾਹਰੀ ਪਾਣੀ ਦੇ ਨਾਲ ਨਹੀਂ ਧੋਤਾ ਜਾਂਦਾ ਮਨ ਸਾਡਾ। ਇਹ ਮਨ ਨੇ ਸਾਡੇ ਨੇ ਧੋਤਾ ਜਾਣਾ ਨਾਮ ਦੁਆਰਾ। ਬਾਹਰੋਂ ਤਾਂ ਅਸੀਂ ਇਹ ਤਨ ਨੂੰ ਧੋ ਲਾਂਗੇ, ਤਨ ਦੀ ਮੈਲ ਲਾ ਲਾਂਗੇ, ਪਰ ਇਹਦੇ ਨਾਲ ਮਨ ਦੀ ਮੈਲ ਨਹੀਂ ਉਤਰਨ। ਮਹਾਰਾਜ ਕਹਿੰਦੇ ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਭਾਉ ਲਥੀ ਨਹਾਤਿਆਂ, ਦੋਏ ਭਾਈ ਚੜੀਏ ਸਹੋਰ। ਬਾਹਰ ਧੋਤੀ ਤੂਮੜੀ, ਅੰਦਰ ਵੈਸਨ ਕੋਰ, ਸਾਧ ਭਲੇ ਅਲ ਨਹਾਤਿਆਂ, ਚੋਰ ਸੇ ਚੋਰਾਂ ਚੋਰ। ਬਈ ਜਿਹੜੇ ਸਾਧੂ ਉਹ ਤਾਂ ਬਿਨਾਂ ਨਹਾਤਿਆਂ ਤੋਂ ਹੀ ਭਲੇ ਨੇ, ਕਿਉਂਕਿ ਉਹਨਾਂ ਦਾ ਜਿਹੜਾ ਮਨ ਹੈ, ਉਹਨਾਂ ਦਾ ਮਨ ਸ਼ੁੱਧ ਹੈ। ਜਿਹੜਾ ਚੋਰ ਹੈ, ਨਾਮ ਤੋਂ ਟੁੱਟਿਆ ਹੋਇਆ, ਉਹ ਚਾਹੇ ਕਿੰਨੀ ਵਾਰੀ ਵੀ ਇਸ਼ਨਾਨ ਕਰਿਆ, ਉਹ ਜਿੰਨੀ ਲਾਉਂਦਾ ਉਦੋਂ ਡਬਲ ਦੂਣੀ ਚੜ੍ਹਾ ਕੇ ਹੋਰ ਆ ਜਾਂਦਾ। ਕਿਉਂਕਿ ਨਾ ਭੇਦ ਹੋਣ ਕਰਕੇ ਸੱਚ ਦਾ, ਨਾ ਭੇਦ ਹੋਣ ਕਰਕੇ ਨਾਮ ਦਾ। ਤਾਈਓ ਹੁਣ ਸਤਿਗੁਰੂ ਆਪਾਂ ਨੂੰ ਸਮਝਾਉਂਦੇ ਵੀ ਸਾਡੇ ਮਨ ਵਾਸਤੇ ਜਿਹੜਾ ਤੀਰਥ ਹੈ ਉਹ ਨਾਮ ਹੈ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਮਹਾਰਾਜ ਕਹਿੰਦੇ ਵੀ ਤੀਰਥ ਜਿਹੜਾ ਸਾਡੇ ਮਨ ਵਾਸਤੇ ਉਹ ਨਾਮ ਹੈ। ਵੀ ਤੁਸੀਂ ਅੰਤਰਗਤ ਜਾਓ ਤੇ ਉਹ ਤੀਰਥ ਦੇ ਵਿੱਚ ਇਸ਼ਨਾਨ ਕਰੋ, ਅੰਤਰਗਤ ਤੀਰਥ ਮਲ ਨਹਾਓ।
ਵੀ ਸਾਡੇ ਅੰਦਰ ਤੀਰਥ ਹੈ ਅਤੇ ਨਾਮ ਨੂੰ ਤੀਰਥ ਆਖੀਏ। ਜਦੋਂ ਅਸੀਂ ਨਾਮ ਦੇ ਨਾਲ ਜੁੜ ਜਾਵਾਂਗੇ, ਸਾਡੇ ਮਨ ਦਾ ਇਸ਼ਨਾਨ ਹੋ ਜੇ। ਔੜੋਂ ਨਾਮ ਤੱਕ ਪਹੁੰਚਣ ਵਾਸਤੇ ਆਪਾਂ ਸਿਮਰਨ ਕਰਤੀ। ਤੀਰਥ ਤੱਕ ਜਾਣ ਵਾਸਤੇ ਅਸੀਂ ਸਾਧਨ ਅਪਣਾਉਂਦੇ ਹਾਂ ਬਈ ਅਸੀਂ ਉਹ ਜਿਹੜਾ ਤੀਰਥ ਸਾਡੇ ਅੰਦਰ ਅੰਮ੍ਰਿਤਸਰ, ਉਹ ਉੱਥੇ ਪਹੁੰਚ ਜਾਈਏ। ਜਿਵੇਂ ਹੁਣ ਆਪਾਂ ਅੰਮ੍ਰਿਤਸਰ ਦਰਬਾਰ ਸਾਹਿਬ ਜਾਣਾ ਹੋਵੇ, ਆਪਾਂ ਸਾਧਨ ਅਪਣਾਉਂਦੇ, ਚਾਹੇ ਆਪਾਂ ਬੱਸ 'ਤੇ ਜਾਈਏ ਜਾਂ ਅਸੀਂ ਟ੍ਰੇਨ 'ਤੇ ਜਾਈਏ ਜਾਂ ਅਸੀਂ ਆਪਦੇ ਸਾਧਨ 'ਤੇ ਜਾਈਏ ਕਿਸੇ 'ਤੇ। ਉਹ ਇੱਕ ਸਾਧਨ ਹੈ ਉਹ ਦਰਬਾਰ ਸਾਹਿਬ ਤੱਕ ਪਹੁੰਚਣ ਦਾ, ਜਾਣ ਦਾ। ਅਤੇ ਜਦੋਂ ਅਸੀਂ ਉੱਥੇ ਚਲੇ ਜਾਵਾਂਗੇ, ਉੱਥੇ ਜਾ ਕੇ ਅਸੀਂ ਇਸ਼ਨਾਨ ਕਰ ਲਾਂਗੇ। ਹੁਣ ਜਿਹੜਾ ਆਪਣੇ ਅੰਦਰ ਅੰਮ੍ਰਿਤਸਰ ਤੀਰਥ, ਜਿਹਦੇ ਵਿੱਚ ਇਸ਼ਨਾਨ ਕਰਕੇ ਸਾਡੇ ਮਨ ਦੀ ਮੈਲ ਲੈਣੀ, ਮਹਾਰਾਜ ਕਹਿੰਦੇ ਮੈਲ ਗਈ ਮਨ ਨਿਰਮਲ ਹੋਆ ਅੰਮ੍ਰਿਤਸਰ ਤੀਰਥ ਨਹਾਏ। ਹੁਣ ਉਹ ਅੰਮ੍ਰਿਤਸਰ ਤੀਰਥ ਤੱਕ ਪਹੁੰਚਣ ਵਾਸਤੇ ਸਾਧਨ ਹੈ ਜਿਹੜਾ ਅਸੀਂ ਸਿਮਰਨ ਕਰਦੇ। ਚਾਹੇ ਕੋਈ ਰਾਮ ਰਾਮ ਕਰ ਲੇ, ਚਾਹੇ ਕੋਈ ਅੱਲਾਹੂ ਕਰ ਲੇ। ਹੁਣ ਆਪਾਂ ਜਿਹੜਾ ਇਹ ਵਾਹਿਗੁਰੂ ਕਰਦੇ ਹਾਂ, ਜਦੋਂ ਤੋਂ ਪੰਜਾਬੀ ਭਾਸ਼ਾ ਸ਼ੁਰੂ ਹੋਈ, ਗੁਰੂ ਨਾਨਕ ਦੇ ਘਰ ਨੇ ਆਪਾਂ ਨੂੰ ਵਾਹਿਗੁਰੂ ਆਖਿਆ, ਦੱਸੇ ਵੀ ਇਹ ਸਾਰੇ ਪਰਮਾਤਮਾ ਦੇ ਨਾਂ ਨੇ। ਅਸੰਖਾਂ ਦੀ ਗਿਣਤੀ ਵਿੱਚ ਜੀਵਾਂ ਨੇ ਵਾਹਿਗੁਰੂ ਦੇ ਨਾਂ ਰੱਖੇ ਹੋਏ। ਹੌਲੇ ਨੂੰ ਸਿਮਰਨ ਦੀ ਵਿਧੀ ਹੈ, ਤਰੀਕਾ ਹੈ। ਇਹ ਅਸੀਂ ਸਾਧਨ ਅਪਣਾ ਕੇ ਪਹੁੰਚਣਾ ਉਹ ਅੰਮ੍ਰਿਤਸਰ ਤੱਕ। ਚਾਹੇ ਕੋਈ ਰਾਮ ਰਾਮ ਕਰ ਲੇ, ਜਦੋਂ ਪਹੁੰਚੇਗਾ ਉੱਥੇ ਅੰਮ੍ਰਿਤਸਰ ਉਹਦੇ ਅੰਦਰ ਵੀ ਉਹੀ ਹੈ ਜਿਹੜਾ ਆਪਣੇ ਅੰਦਰ। ਆਪਾਂ ਵਾਹਿਗੁਰੂ ਕਰਦੇ ਹਾਂ, ਆਪਾਂ ਵੀ ਉਹ ਅੰਮ੍ਰਿਤਸਰ ਤੱਕ ਹੀ ਪਹੁੰਚਣਾ। ਚਾਹੇ ਕੋਈ ਅੱਲਾਹੂ ਕਹਿੰਦਾ, ਉਹਨੇ ਵੀ ਉੱਥੇ ਹੀ ਜਾਣਾ, ਕਿਉਂਕਿ ਸਥਾਨ ਇੱਕੋ ਹੀ ਹੈ, ਹਰਿਮੰਦਰ, ਜਿਸੇ ਹਰੀ ਦਾ ਵਾਸਾ ਸਾਡੇ ਅੰਦਰ, ਉਹਨੂੰ ਹਰਿਮੰਦਰ ਕਹਿੰਦੇ। ਇਹ ਆਪਾਂ ਨੂੰ ਹੁਣ ਕਹਿੰਦੇ ਵੀ ਉੱਥੇ ਤੱਕ ਪਹੁੰਚਣ ਵਾਸਤੇ ਅਸੀਂ ਸਾਧਨ ਅਪਣਾਉਂਦੇ, ਸਿਮਰਨ ਕਰਦੇ ਬਈ, ਤਾਂ ਕਿ ਅਸੀਂ ਨਾਮ ਤੱਕ ਪਹੁੰਚ ਜਾਈਏ, ਉਹ ਤੀਰਥ ਤੱਕ ਚਲੇ ਜਾਈਏ ਅਤੇ ਸਾਡਾ ਉਹ ਤੀਰਥ ਦੇ ਵਿੱਚ ਅਸੀਂ ਇਸ਼ਨਾਨ ਕਰ ਲਈਏ ਅਤੇ ਸਾਡੇ ਮਨ ਦੀ ਸਾਰੀ ਮੈਲ ਲੱਥ ਜੇ। ਹੁਣ ਆਓ ਅਸੀਂ ਕਿਵੇਂ ਨਾਮ ਤੱਕ ਪਹੁੰਚਣਾ, ਉਹਦੇ ਵਾਸਤੇ ਸਤਿਗੁਰੂ ਜੋ ਆਪਾਂ ਨੂੰ ਇਹ ਸਵਾਸ ਗਿਰਾਸ ਸਿਮਰਨ ਅਭਿਆਸ ਕਰਨ ਨੂੰ ਕਹਿ ਰਹੇ ਨੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ ਜਦੋਂ ਇਹ ਆਪ ਅਭਿਆਸ ਕਰਦੇ ਇਸ ਤਰੀਕੇ ਨਾਲ ਅਭਿਆਸ ਕਰਦੇ ਕਰਦੇ ਫਿਰ ਆਪਾਂ ਮਨ ਨੂੰ ਵਿਚਾਰਾਂ ਤੋਂ ਰਹਿਤ ਕਰਦੇ ਜਾਣਾ ਅਤੇ ਅਸੀਂ ਹੌਲੀ ਹੌਲੀ ਅੰਤਰਮੁਖੀ ਹੁੰਦੇ ਜਾਣਾ। ਜਦੋਂ ਅਸੀਂ ਅੰਤਰਮੁਖੀ ਹੁੰਦੇ ਜਾਵਾਂਗੇ ਫਿਰ ਅਸੀਂ ਸਹਿਜ ਦੇ ਵਿੱਚ ਜਾ ਕੇ ਉਸ ਸ਼ਬਦ ਨੂੰ ਨਾਮ ਨੂੰ ਸੁਣਨਾ ਜਿਹਨੂੰ ਸ਼ਬਦ ਗੁਰੂ ਆਖੇ, ਜਿਹਦੇ ਨਾਲ ਸਾਡੇ ਮਨ ਦੀ ਲਿਵਟ ਉੱਠੀ। ਜਦੋਂ ਅਸੀਂ ਉਹ ਨਾਮ ਨੂੰ ਸੁਣਾਂਗੇ, ਨਾਮ ਦੇ ਵਿੱਚੋਂ ਰਸ ਆਉਂਦਾ ਅੰਮ੍ਰਿਤ, ਫਿਰ ਉਹਨੂੰ ਅੰਮ੍ਰਿਤਸਰ ਤੀਰਥ ਦਾ ਨਾਮ ਦਿੱਤਾ, ਜਿਹਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਸਾਡੇ ਮਨ ਦੀ ਜਨਮਾਂ ਜਮਾਂਤਰਾਂ ਦੀ ਸਾਰੀ ਮੈਲ ਲੱਥ ਜਾਂਦੀ। ਮਾਰੇ ਫਰਮਾਉਂਦੇ ਮੈਲ ਗਈ ਮਨ ਨਿਰਮਲ ਹੋਆ ਅੰਮ੍ਰਿਤਸਰ ਤੀਰਥ ਨਹਾਈ। ਹੁਣ ਜਿਹੜਾ ਇੱਕ ਗੁਰਸਿੱਖ ਉਹਨੇ ਰੋਜ਼ ਹੀ ਅੰਮ੍ਰਿਤਸਰ ਦੇ ਵਿੱਚ ਇਸ਼ਨਾਨ ਕਰਨਾ,
ਮਹਾਰਾਜ ਫਰਮਾਉਂਦੇ, ਗੁਰ ਸਤਿਗੁਰ ਕਾ ਜੋ ਸਿੱਖ ਖਾਈ, ਸੋ ਭਲਕੇ ਉਠ ਹਰ ਨਾਮ ਤੇ ਆਵੇ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ। ਬਈ ਅਸੀਂ ਉਹ ਅੰਮ੍ਰਿਤਸਰ ਦੇ ਵਿੱਚ ਜਦੋਂ ਇਸ਼ਨਾਨ ਕਰਾਂਗੇ, ਜਿਹੜੀ ਸਾਡੇ ਮਨ 'ਤੇ ਲੱਗੀ ਹੋਈ ਮੈਲ ਹੈ, ਉਹ ਸਾਰੀ ਸਾਡੇ ਮਨ ਦੀ ਮੈਲ ਲੱਥ ਜਾਂਦੀ। ਔਰ ਉੱਥੇ ਪਹੁੰਚਣ ਵਾਸਤੇ ਫਿਰ ਇਹ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ ਹੁੰਦਾ। ਬਹਿੰਦੇ ਉੱਠਦੇ ਕੰਮ ਕਰਦੇ ਇਹ ਅਸੀਂ ਮਨ ਨੂੰ ਸੁਚੇਤ ਰੱਖ ਵੀ ਤਾਂ ਕਿ ਵਿਚਾਰਾਂ 'ਚ ਨਾ ਜਾਵੇ, ਭਰਮ 'ਚ ਨਾ ਜਾਵੇ। ਬਈ ਅਸੀਂ ਸਿਮਰਨ ਨੂੰ ਛੱਡ ਕੇ ਕਿਸੇ ਦੀ ਨਿੰਦਿਆ ਕਰਨ ਲੱਗ ਜੀ, ਜਾਂ ਨਿੰਦਿਆ ਸੁਣਨ 'ਤੇ ਨਾ ਲੱਗ ਜੀ, ਜਾਂ ਸਾਡਾ ਮਨ ਵੈਰ ਵਿਰੋਧ 'ਚ ਨਾ ਚਲਾ ਜਾਵੇ। ਅਤੇ ਇਸੇ ਵਰਤਾਈ ਫਿਰ ਸਤਿਗੁਰੂ ਕਹਿੰਦੇ, ਆਪਣੇ ਪ੍ਰਭ ਸਿਉ ਹੋ ਸਾਵਧਾਨ, ਤਾਦੂ ਦਰਗਾ ਪਾਵੇ ਮਾਨ। ਬਈ ਜੇ ਤੂੰ ਪਰਮਾਤਮਾ ਵੱਲੋਂ ਸਾਵਧਾਨ ਹੋਏਗਾ, ਜੇ ਤੂੰ ਸੁਚੇਤ ਹੋਏਗਾ, ਮਨ ਨੂੰ ਗਿਆਨ ਦੁਆਰਾ ਬੰਨ੍ਹ ਕੇ ਰੱਖੇਗਾ, ਫਿਰ ਤੈਨੂੰ ਦਰਗਾਹ ਦੇ ਵਿੱਚ ਥਾਂ ਮਿਲੇਗੀ, ਫਿਰ ਤੈਨੂੰ ਦਰਗਾਹ ਦੇ ਵਿੱਚ ਮਾਣ ਮਿਲੇਗਾ। ਹੁਣ ਇਸ ਵਾਸਤੇ ਅਸੀਂ ਸਾਵਧਾਨ ਹੋਣ, ਬਈ ਮਨ ਨੂੰ ਅਵੇਸਲਾ ਨਹੀਂ ਹੋਣ ਦੇਣਾ, ਮਨ ਨੂੰ ਗਾਫਲ ਨਹੀਂ ਹੋਣ ਦੇਣਾ। ਜੇ ਮਨ ਗਾਫਲ ਹੋ ਕੇ ਸੌਂ ਗਿਆ, ਫਿਰ ਇਹਦਾ ਜਿਹੜਾ ਜਨਮ ਹੈ ਵਿਅਰਥ ਚਲਾ ਜਾਏਗਾ। ਮਹਾਰਾਜ ਤਾਈਓ ਫਿਰ ਮਨ ਨੂੰ ਸਮਝਾਉਂਦੇ, ਅਬ ਮਨ ਜਾਗਤ ਰਹੋ ਰੇ ਭਾਈ, ਗਾਫਲ ਹੋਏ ਕੇ ਜਨਮ ਗਵਾਇਓ, ਚੋਰ ਮੂਸੇ ਘਰ ਜਾਈ। ਬਈ ਤੂੰ ਹੁਣ ਜਾਗਤ ਅਵਸਥਾ 'ਚ ਰਹਿ, ਗਾਫਲ ਨਹੀਂ ਹੋਣਾ, ਤੂੰ ਸਾਵਧਾਨ ਹੋ। ਜੇ ਤੂੰ ਸਾਵਧਾਨ ਹੋਏਗਾ ਤਾਂ ਤੈਨੂੰ ਦਰਗਾਹ 'ਚ ਮਾਣ ਮਿਲੇਗਾ। ਹੁਣ ਇਸ ਵਾਸਤੇ ਅਸੀਂ ਕੋਸ਼ਿਸ਼ ਕਰਨੀ ਵੀ ਵੱਧ ਤੋਂ ਵੱਧ ਇਸ ਸਿਮਰਨ ਅਭਿਆਸ ਕਰਨਾ। ਜਦੋਂ ਅਸੀਂ ਇਕੱਠੇ ਹੁੰਦੇ ਹਾਂ, ਸ਼ਬਦ ਦੀ ਵਿਚਾਰ ਕਰਨੀ। ਬਈ ਸਾਂਝ ਹੈ ਜਿਹੜੀ ਗੁਣਾਂ ਦੀ ਪਾਉਣੀ, ਔਗਣਾਂ ਦੀ ਨਹੀਂ। ਔਗਣਾਂ ਨੂੰ ਛੱਡਣਾ, ਮਾਲਕ ਦੇ ਗੁਣਾਂ ਦੀ ਸਾਂਝ ਪਾਉਣੀ, ਸ਼ਬਦ ਦੀ ਵਿਚਾਰ ਕਰਨੀ। ਅਤੇ ਵੱਧ ਤੋਂ ਵੱਧ ਅਸੀਂ ਇਹ ਸਤਸੰਗਤ ਕਰਨੀ ਤਾਂ ਕਿ ਅਸੀਂ ਆਪਦੇ ਜੀਵਨ ਦਾ ਲਾਹਾ ਕੱਟ ਸਕੀਏ। ਇਹ ਜੋ ਸਾਰਾ ਗਿਆਨ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਹੀ ਆਪਾਂ ਰੋਜ਼ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਸਾਡੇ ਹਿਰਦੇ 'ਚ ਵੱਸ ਜੇ। ਅਤੇ ਆਪਾਂ ਮਨ ਨੂੰ ਇਹ ਗਿਆਨ ਦੀ ਮੱਤ ਦੇ ਕੇ ਇਹਨੂੰ ਘਰ ਲੈ ਚੱਲੀਏ, ਵੀ ਇਹ ਆਪਣੇ ਘਰ ਜਾਵੇ, ਸਹਿਜ ਘਰ ਦੇ ਵਿੱਚ, ਉੱਥੇ ਜਾ ਕੇ ਸੁੱਖ ਲਵੇ, ਆਨੰਦ ਲਵੇ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਏ, ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ